ਅੰਗਦ ਦੁਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਧਿਆਉ ਗੁਰ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਓ। ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਵਰਨਾ ਸਕੇ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਜੀ ਵਾਹਿਗੁਰੂ ਜੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਦੋਹਰਾ ਅਜਮਤ ਦੇਖ ਸ੍ਰੀ ਸਤਿਗੁਰੂ ਵਿਦਿਆ ਦਇਓ ਪਠਾਏ ਸਤਨਾਮ ਸ੍ਰੀ ਮੰਤਰ ਜਪ ਪਹੁੰਚਿਓ ਮਗ ਸਹਿਕਾਏ। ਅਜਮਤ ਦੇ ਸ੍ਰੀ ਸਤਿਗੁਰੂ ਵਿਦਿਆ ਦਇਓ ਪਠਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਦੇਣ ਦੁਨੀਆ ਦੇ ਮਾਲਕ ਸਾਹਿਬੇ ਕਮਾਲ ਹਲਤ ਪਲਤ ਕੇ ਰੱਖਿਅਕ ਵਾਲੀਏ ਕੁਲ ਆਲਮ ਦੋ ਜਹਾਨ ਦੇ ਵਾਲੀ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਤਿੰਨਾਂ ਦੇ ਪਾਵਨ ਪਵਿੱਤਰ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਤੋਂ ਰੋਜ਼ਾਨਾ ਦੀ ਤਰ੍ਹਾਂ ਪਿਛਲੇ ਪਹਿਰ ਦੇ ਦੀਵਾਨ ਸਜੇ ਦੀਵਾਨਾਂ ਦੇ ਅੰਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀ ਗੁਰ ਇਤਿਹਾਸ ਦੀ ਕਥਾ ਸਰਵਣ ਕਰਕੇ ਆਪ ਸਮੂਹ ਸੰਗਤਾਂ ਆਪਣਾ ਜੀਵਨ ਸਫਲਿਆਂ ਕਰ ਰਹੇ ਹੋ। ਕੱਲ੍ਹ ਦੇ ਰੋਜ਼ ਆਪ ਜੀ ਨੇ ਸਰਵਣ ਕੀਤਾ ਸੱਚੇ ਪਾਤਸ਼ਾਹ ਜੀ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਸੋਹਣਿਆਂ ਦੇ ਸੁਲਤਾਨ ਮਾਲਕ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਕੀਰਤਪੁਰ ਸਾਹਿਬ ਜੀ ਨੂੰ ਆਏ। ਜਿਸ ਵੇਲੇ ਇੱਥੇ ਪਹੁੰਚੇ ਤਾਂ ਬਾਬਾ ਬਿਧੀ ਚੰਦ ਸਾਹਿਬ ਜੋ ਹਾਜ਼ਰੀ ਦੇ ਵਿੱਚ ਰਹਿੰਦੇ ਤੇ ਦੂਰ ਦੇਸ਼ ਮਨਾਕਪੁਰ ਤੋਂ ਇੱਕ ਪੱਤਰਿਕਾ ਆਈ, ਸੱਚੇ ਪਾਤਸ਼ਾਹ ਕਿਰਪਾ ਕਰੋ
ਸਮੁੱਚੀਆਂ ਸਿੱਖ ਸੰਗਤਾਂ ਆਪ ਜੀ ਦੇ ਦਰਸ਼ਨਾਂ ਨੂੰ ਲੋਚਦੀਆਂ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਦਰਸ਼ਨ ਬਖਸ਼ਿਸ਼ ਕਰ ਦਿਓ ਸਤਿਗੁਰੂ। ਮਹਾਰਾਜ ਸਾਹਿਬ ਜੀ ਅਤੀ ਪ੍ਰਸੰਨ ਹੋਏ। ਸੁਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਿਆਨ ਦਿੱਤਾ ਸਿੱਖਾਂ ਦੇ ਵਿੱਚੋਂ ਬਾਬਾ ਵਿਧੀ ਚੰਦ ਸਾਹਿਬ ਜੀ, ਬਹਾਦਰ ਬਾਬਾ ਵਿਧੀ ਚੰਦ ਜੀ। ਇਹਨਾਂ ਨੂੰ ਦੇਖਿਆ, ਤੱਕਿਆ ਤੇ ਹੁਕਮ ਕੀਤਾ ਵੀ ਜਾਓ, ਸਾਡੇ ਵੱਲੋਂ ਤੁਸੀਂ ਜਾ ਕਰਕੇ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇ ਉਪਦੇਸ਼ ਦੇ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ, ਅਕਾਲ ਪੁਰਖ ਦੇ ਚਰਨਾਂ ਨਾਲ ਜੋੜਨਾ ਕਰੋ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਪਾ ਕਰਕੇ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਸਤਿਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਜਿਸ ਤਰ੍ਹਾਂ ਰਵਾਨਾ ਹੋਣਗੇ ਤੇ ਰਸਤੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀਆਂ ਬੇਅੰਤ ਬਰਕਤਾਂ ਲੈ ਕੇ ਤੁਰੇ ਤੇ ਵੱਡੀ ਕਰਾਮਾਤ ਬਖਸ਼ਿਸ਼ ਲੈ ਕੇ ਤੁਰੇ। ਬੇਅੰਤ ਸੰਗਤਾਂ ਨੂੰ ਪਰਮੇਸ਼ਰ ਦੇ ਨਾਮ ਦਾ, ਸਤਨਾਮ ਦਾ ਉਪਦੇਸ਼ ਦੇ ਕਰਕੇ ਉਧਾਰ ਕਰਦੇ ਹੋਏ ਗਾ ਜਾਣਗੇ। ਆਓ ਉਹ ਪਾਵਨ ਪਵਿੱਤਰ ਪ੍ਰਸੰਗ ਸਰਵਣ ਕਰਕੇ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਕਮਲਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਰਸਨਾ ਨੂੰ ਕਰੀਏ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਗੱਜ ਕੇ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਦੋਹਰਾ। ਅਜਮਤ ਦੇ ਸ੍ਰੀ ਸਤਿਗੁਰੂ ਵਿਦਿਆ ਦਿਓ ਪਠਾਏ। ਦੀਨ ਦੁਨੀਆ ਦੇ ਮਾਲਕ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਰਕਤਾਂ ਦੇ ਕਰਕੇ, ਬੇਅੰਤ ਬਖਸ਼ਿਸ਼ਾਂ ਕਰਕੇ ਸਤਿਗੁਰੂ ਸਾਹਿਬ ਜੀ ਨੇ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਚਾਲਾ ਪਾਉਣ ਦੀ ਆਗਿਆ ਕੀਤੀ। ਸਤਨਾਮ ਸ੍ਰੀ ਮੰਤਰ ਜਪ ਪਹੁੰਚਿਓ ਮਗ ਸਹਸਾਏ। ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਧੁਰ ਤੋਂ ਅਕਾਲ ਪੁਰਖ ਮਹਾਰਾਜ ਸਾਹਿਬ ਜੀ ਦਾ ਅਗੰਮੀ ਮੰਤਰ, ਗੁਰਮੰਤਰ, ਮੂਲ ਮੰਤਰ ਉਪਦੇਸ਼ ਦੇ ਕਰਕੇ, ਸਤਨਾਮ ਦਾ ਉਪਦੇਸ਼ ਦੇ ਕਰਕੇ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਮਾਰਗ ਤੇ ਚੱਲਣ ਦੀ ਆਗਿਆ ਕਰਨਾ ਕੀਤੀ। ਜਾਓ ਪਈ ਪੂਰਬ ਦੱਖਣ ਸੰਧ ਜੇ ਹੈ। ਆਂਦੇ ਪੂਰਬ ਤੇ ਦੱਖਣ ਦਾ ਜਿਹੜਾ ਵਿਚਾਲੇ ਵਾਲਾ ਹਿੱਸਾ ਨਾ, ਉਹਦੇ ਵਿਚਕਾਰ ਇਹ ਜਿਹੜਾ ਨਗਰ ਪੈਂਦਾ, ਜਿਸ ਥਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਪਾ ਕੇ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਉਸ ਰਸਤੇ ਨੂੰ ਚੱਲਣਾ ਕੀਤਾ। ਅਗਨ ਕੋਨ ਮਹਸੇ ਨਰ ਰਹੈ। ਇਹ ਅਗਨ ਕੋਨ ਹੈ। ਅਗਨ ਕੋਨ ਜਾ ਕਰਕੇ ਜਿਹੜੀ ਇੱਕ 63ਵੀਂ ਕੋਨ ਹੁੰਦੀ ਨਾ ਜਿਹੜੀ ਧਰਤੀ ਦੀ, ਉਸ ਕੋਨ ਨੂੰ ਤੁਰਦਿਆਂ ਹੋਏ, ਉਸ ਮਾਰਗ ਨੂੰ ਤੁਰ ਕਰਕੇ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਜਾ ਰਹੇ ਹਨ। ਤਿਤ ਕੋ ਅਜਮਤ ਕੋ ਕਰ ਜੋਰ। ਜਿਨ੍ਹਾਂ ਦੇ ਵਿੱਚ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਹੋਈਆਂ, ਬੇਅੰਤ ਵਰ ਪ੍ਰਾਪਤ ਕੀਤੇ ਤੇ ਬੇਅੰਤ ਜੋ ਸ਼ਕਤੀਆਂ ਲੈ ਕਰਕੇ ਬਾਬਾ ਵਿਧੀ ਚੰਦ ਸਾਹਿਬ ਜੀ ਚੱਲ ਰਹੇ ਹਨ। ਜਾਏ ਪਹੁੰਚਤ ਭਾਇ ਕਠੌਰ। ਤੇ ਸੱਚੇ ਪਾਤਸ਼ਾਹ ਜੀ ਦੀ ਭਾਰੀ ਕਿਰਪਾ ਦੇ ਨਾਲ ਬਾਬਾ ਵਿਧੀ ਚੰਦ ਸਾਹਿਬ ਜੀ ਛੇਤੀ ਦੇ ਨਾਲ ਉੱਥੇ ਪਹੁੰਚਣਾ ਕੀਤਾ। ਦੇਵ ਨਗਰ ਇੱਕ ਤਹਾਂ ਬਸੰਤਾ। ਉਹ ਜਿਸ ਥਾਂ ਦੇ ਉੱਤੇ ਪਹੁੰਚੇ ਨਾ, ਉਸ ਦਾ ਨਾਮ ਹੈ ਦੇਵਗਾਉਂ। ਦੇਵਗਾਉਂ ਯੂਪੀ ਦੇ ਵਿੱਚ ਜਿਹੜਾ ਸ਼ਹਿਰ ਪੈਂਦਾ ਹੈ। ਜਿਸ ਥਾਂ ਦੇ ਉੱਤੇ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਪਹੁੰਚੇ, ਇੱਥੇ ਬਾਬਾ ਵਿਧੀ ਚੰਦ ਸਾਹਿਬ ਜੀ ਇੱਕ ਉਧਾਰ ਕਰਨ ਵਾਸਤੇ ਪਹੁੰਚੇ। ਸੁੰਦਰ ਸਾਹੋ ਫਕੀਰ ਰਹੰਤਾ। ਇੱਥੇ ਇੱਕ ਬਹੁਤ ਬਲਸ਼ਾਲੀ ਜਿਹੜਾ ਭਾਰੀ ਤਪਸਵੀ ਸੀ, ਜਿਹਦਾ ਨਾਂ ਸੀ ਸੁੰਦਰ ਸ਼ਾਹ ਫਕੀਰ। ਉਸ ਦੇ ਨਗਰ ਦੇ ਵਿੱਚ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਪਹੁੰਚੇ। ਤਹਾਂ ਸ਼ੂਸ਼ਕ ਤਰ ਹੇਰਨ ਕਰਿਓ। ਜਿਸ ਵੇਲੇ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਪਹੁੰਚੇ ਨਾ, ਤੇ ਉੱਥੇ ਇੱਕ ਇਮਲੀ ਦਾ ਰੁੱਖ ਜਿਹੜਾ ਸੁੱਕਾ ਹੋਇਆ ਸੀ, ਉਹ ਇਮਲੀ ਦੇ ਰੁੱਖ ਦੇ ਥੱਲੇ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਜਾ ਕਰਕੇ ਜਿਸ ਵੇਲੇ ਬੈਠੇ, ਬੈਠ ਵਿਧੀ ਚੰਦ ਆਨੰਦ ਧਰਿਓ। ਉਹ ਜਦੋਂ ਬੈਠੇ ਤੇ ਉੱਥੇ ਆਨੰਦ ਚਿੱਤ ਹੋਏ ਤੇ ਉਹ ਜਿਹੜਾ ਇਮਲੀ ਦਾ ਰੁੱਖ ਉਹ ਹਰਿਆ ਭਰਿਆ ਹੋ ਗਿਆ। ਮੈਂ ਸੰਗਤ ਜੀ ਨੂੰ ਇਹ ਬੇਨਤੀ ਕਰ ਦੇਵਾਂ, ਇਹ ਜਿਹੜਾ ਪਾਵਨ ਅਸਥਾਨ ਹੈ ਨਾ ਦੇਵਗਾਉਂ, ਯੂਪੀ ਦੇ ਵਿੱਚ ਹੈ।
ਇਹਦੀ ਜਿਹੜੀ ਅੱਜ ਵੀ ਸੇਵਾ, ਇੱਥੇ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਭਾਣਾ ਵਰਤਾਇਆ, ਸੱਚਖੰਡ ਨੂੰ ਗਮਨ ਗਏ, ਇੱਥੇ ਹੀ ਸਰੀਰ ਛੱਡਣਾ ਜਾ ਕੇ। ਤੇ ਇਸ ਅਸਥਾਨ ਦੀ ਜਿਹੜੀ ਸੇਵਾ ਅੱਜ ਵੀ ਸੁੰਦਰ ਸ਼ਾਹ ਫਕੀਰ ਦੇ ਜਿਹੜੀ ਗਾਂ ਸੰਪਰਦਾ ਚੱਲਦੀ ਆ ਰਹੀ ਉਹ ਕਰ ਰਹੇ ਹਨ। ਉਹ ਇਮਲੀ ਦਾ ਰੁੱਖ ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਭਾਰੀ ਕਿਰਪਾ ਦੇ ਨਾਲ ਹਰਿਆ ਭਰਿਆ ਉੱਥੇ ਹੈ। ਤੇ ਸਤਿਗੁਰੂ ਸਾਹਿਬ ਜੀ ਨੇ ਇਹ ਵੱਡੀਆਂ ਕਰਾਮਾਤਾਂ ਆਪ ਬਖਸ਼ਿਸ਼ ਕੀਤੀਆਂ ਬਾਬਾ ਬਿਧੀ ਚੰਦ ਸਾਹਿਬ ਨੂੰ, ਵੱਡੀਆਂ ਵਡਿਆਈਆਂ ਬਖਸ਼ੀਆਂ, ਵੱਡੀਆਂ ਤਾਕਤਾਂ ਦਿੱਤੀਆਂ ਸਨ। ਬੜਾ ਸੁੰਦਰ ਅਸਥਾਨ ਹੈ, ਅਸਥਾਨ ਦਰਸ਼ਨ ਕਰਨੇ ਯੋਗ ਹੈ। ਜਿਸ ਵੇਲੇ ਕਦੇ ਤੁਸੀਂ ਜਾਓ ਯੂਪੀ ਦੇ ਵਿੱਚ ਤੇ ਉੱਥੇ ਦੇਓਗਾঁव ਨਗਰ ਦੇ ਵਿੱਚ ਪਹੁੰਚ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਅੰਤਲੇ ਅਸਥਾਨ ਹਨ, ਉੱਥੇ ਦਰਸ਼ਨ ਦੀਦਾਰ ਕਰਕੇ ਜ਼ਰੂਰ ਆਇਓ। ਹਾਂਜੀ, ਹਰਿਓ ਹੋਤ ਭਾਸੋ ਤਤਕਾਲਾ। ਇਹ ਜਿਹੜਾ ਰੁੱਖ ਸੀ, ਜਦੋਂ ਬਾਬਾ ਬਿਧੀ ਚੰਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਯਾਦ ਵਿੱਚ ਜੁੜੇ ਨਾ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਜੁੜੇ, ਤਤਸ਼ੇ ਨੇ ਇਹ ਰੁੱਖ ਜਿਹੜਾ ਸੀ ਇਮਲੀ ਦਾ ਹਰਿਆ ਭਰਿਆ ਹੋ ਗਿਆ। ਉਰਜਨ ਪੇਖ ਅਚੰਭ ਬਸਾਲਾ। ਤੇ ਉੱਥੇ ਲੋਕ ਜਿਹੜੇ ਲਾਗੇ ਚਾਗੇ ਤੁਰ ਫਿਰ ਰਹੇ ਸੀ ਨਾ, ਜਦੋਂ ਉਹਨਾਂ ਨੇ ਵੇਖਿਆ ਵੀ ਬੜੀ ਇਹ ਹੈਰਾਨੀ ਜੀ ਵਾਲੀ ਗੱਲ ਹੋ ਗਈ। ਇੱਕ ਸਾਧੂ ਆਇਆ, ਇੱਕ ਸਿੱਖ ਆਇਆ, ਫਕੀਰ ਆਇਆ, ਕੋਈ ਆਣ ਕੇ ਬੈਠਾ ਕਿਸੇ ਰੁੱਖ ਥੱਲੇ ਤੇ ਉਹ ਰੁੱਖ ਯਕਦਮ ਹਰਿਆ ਭਰਿਆ ਹੋ ਗਿਆ। ਸਾਰੇ ਪਾਸੇ ਇਸ ਚੀਜ਼ ਦੀ ਗੱਲ ਚੱਲਣੀ ਸ਼ੁਰੂ ਹੋ ਗਈ ਵੀ ਕੋਈ ਕਰਾਮਾਤੀ ਸਾਧੂ ਆਇਆ ਜਿਹਦੇ ਬੈਠਿਆਂ ਹੀ ਰੁੱਖ ਹਰਿਆ ਭਰਿਆ ਹੋਇਆ। ਆਏ ਸਭਨ ਸੇਵਾ ਬੜ ਕੀਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨੰਨ ਸੇਵਕ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ, ਜਿਨ੍ਹਾਂ ਦੀ ਸੇਵਾ ਹਿਤ ਬੇਅੰਤ ਜਿਹੜੀ ਲਕਾਈ ਸੀ ਇਕੱਤਰ ਹੋ ਗਈ। ਉੱਥੇ ਬਾਬਾ ਬਿਧੀ ਚੰਦ ਸਾਹਿਬ ਜੀ ਜਿੱਥੇ ਬੈਠੇ ਸਨ, ਕੋਲ ਆਣ ਕੇ ਬੈਠ ਗਏ। ਦੇਖੋ ਜਨ ਮਹਾਤਮਾ ਚੀਨ। ਤੇ ਵੇਖਦੇ ਨੇ, ਦਰਸ਼ਨ ਕਰਦੇ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ, ਤੇ ਅਤੀ ਪ੍ਰਸੰਨ ਹੁੰਦੇ ਨੇ ਵੀ ਬਹੁਤ ਵੱਡੇ ਮਹਾਤਮਾ ਹਨ, ਨਮਸਕਾਰਾਂ ਕਰਦੇ। ਸੁੰਦਰ ਸ਼ਾਹ ਬਸੇ ਤਹਿ ਕਾਨਨ। ਤੇ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਸੀ ਨਾ ਵੀ ਸਾਧੂ ਆਇਆ ਕੋਈ ਵੱਡੀ ਸ਼ਕਤੀ ਵਾਲਾ, ਜਿਸ ਵੇਲੇ ਇਹ ਗੱਲਾਂ ਬਾਤਾਂ ਲੁਕਾਈ ਦੀਆਂ ਹੁੰਦੀਆਂ ਸੁੰਦਰ ਸ਼ਾਹ ਫਕੀਰ ਦੇ ਕੋਲ ਪਹੁੰਚੀਆਂ, ਉਹਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ, ਸੁਨਤ ਭਇਓ ਮਹਿਮਾ ਇਹ ਕਾਨਨ। ਤੇ ਜਦੋਂ ਉਹਨੇ ਸੁਣਿਆ ਆਪਣੇ ਕੰਨਾਂ ਦੇ ਨਾਲ ਇਹ ਮਹਿਮਾ ਵੀ ਕੋਈ ਸਾਧੂ ਆਇਆ, ਰੁੱਖ ਹਰਿਆ ਹੋ ਗਿਆ ਉਹਦੇ ਬੈਠਿਆਂ, ਤੇ ਇਹ ਸੁੰਦਰ ਸ਼ਾਹ ਜਿਹੜਾ ਫਕੀਰ ਸੀ, ਮਹਾਪੁਰਖ ਇੱਕ ਆਵਨ ਕਰਿਓ। ਪਤਾ ਲੱਗਾ ਵੀ ਕੋਈ ਵੱਡਾ ਹੀ ਕੋਈ ਮਹਾਂਪੁਰਖ ਆਇਆ ਹੈ ਜਿਹਦੇ ਕਰਕੇ ਕਲਾ ਵਰਤੀ ਹੈ। ਸੁਣਤ ਭਇਓ ਬੈਠਤ ਸ਼ੋਸ਼ਕ ਬ੍ਰਿਸ਼ ਪਾ ਹਰਿਓ। ਆਂਦੇ ਵੀ ਬਹਿੰਦਿਆ ਸਾਰੀ ਜਿਹਦੇ ਜਿਹੜਾ ਸੁੱਕਾ ਰੁੱਖ ਸੀ ਇਮਲੀ ਦਾ ਉਹ ਹਰਿਆ ਭਰਿਆ ਹੋ ਗਿਆ। ਸੁੰਦਰ ਸ਼ਾਹ ਨੇ ਜਦੋਂ ਇਹ ਗੱਲ ਸੁਣੀ, ਬਿਸਮਤ ਹੋਏ ਹੀਰਨ ਕੋ ਚਾਹਾ। ਤੇ ਇਹ ਬੜਾ ਹੈਰਾਨ ਹੋਇਆ, ਅਚਰਜ ਜਿਹਾ ਹੋ ਗਿਆ, ਹੈਰਾਨੀ ਦੇ ਵਿੱਚ ਚਲਿਆ ਗਿਆ ਵੀ ਇਹ ਕਿਹੜੀ ਕਲਾ ਵਰਤੀ ਹੋਵੇਗੀ, ਕੌਣ ਹੋਵੇਗਾ ਉਹ ਜੋ ਆਇਆ ਹੈ ਇੱਥੇ, ਕਿਹੜਾ ਵੱਡਾ ਇੱਥੇ ਫਕੀਰ ਆਇਆ ਜਾਂ ਕਿਹੜਾ ਸਿੱਖ ਹੈ। ਕੇਹਰ ਏਕ ਹੰਕਾਰਿਓ ਪਾਹਾ। ਇਹਨੇ ਉਸੇ ਵੇਲੇ ਕੇਹਰ ਕਹਿੰਦੇ ਆ ਸ਼ੇਰ ਨੂੰ, ਇਹ ਸ਼ੇਰ ਦੀ ਸਵਾਰੀ ਕਰਿਆ ਕਰਦਾ ਸੀ, ਕਰਾਮਾਤੀ ਸੀ, ਸ਼ੇਰ ਵਸ ਕੀਤਾ ਹੋਇਆ ਸੀ। ਜਦੋਂ ਕਹਿੰਦੇ ਵੀ ਨੇ ਸ਼ੇਰ ਦੀ ਸਵਾਰੀ ਜਿਹੜੀ ਸੀ, ਉਹਨੂੰ ਆਵਾਜ਼ ਦਿੱਤੀ ਸ਼ੇਰ ਆਪਣੇ ਨੂੰ, ਉਹਨੂੰ ਹੱਕ ਕਰਕੇ ਉਹਦੇ ਉੱਤੇ ਬੈਠ ਕਰਕੇ ਜਿੱਧਰ ਬਾਬਾ ਬਿਧੀ ਚੰਦ ਸਾਹਿਬ ਜੀ ਬੈਠੇ ਉਧਰ ਨੂੰ ਤੁਰਿਆ। ਓਏ ਅਰੂੜ ਵਿਧੀਏ ਟਿਕ ਆਇਓ। ਜਿੱਥੇ ਬਾਬਾ ਬਿਧੀ ਚੰਦ ਸਾਹਿਬ ਜੀ ਬੈਠੇ ਸਨ ਨਾ, ਇਹ ਹੰਕਾਰ ਦੇ ਵਿੱਚ ਮਸਤਿਆ ਹੋਇਆ ਉੱਥੇ ਪਹੁੰਚਿਆ। ਕੇਹਰ ਭੀਮ ਆਵਤੇ ਹੇਰੇ। ਤੇ ਜਿਹੜਾ ਸ਼ੇਰ ਆਉਂਦਿਆਂ ਵੇਖ ਕੇ, ਬਲਸ਼ਾਲੀ ਸ਼ੇਰ ਸੀ, ਜਿਹਨੂੰ ਆਉਂਦਿਆਂ ਵੇਖ ਕਰਕੇ ਜਿਹੜੀ ਭੀੜ ਇਕੱਠੀ ਹੋਈ ਸੀ, ਭਾਜ ਲੋਕ ਜਾਏ ਪੁਰ ਬੇਰੇ। ਜਿੰਨੇ ਵੇਖਿਆ ਨਾ ਵੀ ਇਹ ਸ਼ੇਰ ਆਇਆ, ਉਹ ਜਿਹਦਾ ਧਿਆਨ ਪਵੇ ਸ਼ੇਰ ਵੱਲ, ਜਿਹੜੇ ਬਾਬਾ ਬਿਧੀ ਚੰਦ ਸਾਹਿਬ ਲਾਗੇ ਕੋਲ ਖਲੋਤੀ ਸੀ ਨਾ ਲੁਕਾਈ, ਉਹ ਸਾਰੀ ਸ਼ੇਰ ਨੂੰ ਵੇਖ ਕੇ ਭੱਜ ਉੱਠੀ। ਬਿਧੀ ਚੰਦ ਹੋਏ ਇੱਕ ਥਲ ਰਹਿਓ। ਤੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਉਸੇ ਰੁੱਖ ਦੇ ਥੱਲੇ ਅਸਥਿਰ ਹੋ ਕੇ ਬੈਠੇ ਸਮਾਧੀ ਲੀਨ ਸਨ। ਸੁੰਦਰ ਸ਼ਾਹੋ ਨਿਕਟ ਜਬ ਆਇਓ। ਤੇ ਜਿਸ ਵੇਲੇ ਇਹ ਸੁੰਦਰ ਸ਼ਾਹ ਫਕੀਰ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਕੋਲ ਆਇਆ, ਨਿਜ ਕੇਹਰ ਤੇ ਚਹਿਤ ਗਹਾਇਓ। ਆਂਦੇ ਵੀ ਆਪਣੇ ਸ਼ੇਰ ਦੀ ਭਵਕ ਮਰਵਾਈ, ਉਹਦੀ ਭਵਕ ਮਰਵਾ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਤਬ ਵਿਧੀਏ ਚਖ ਤਾੜ ਬਲੋਕਾ। ਤੇ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਜੋ ਅਕਾਲ ਪੁਰਖ ਦੀ ਯਾਦ ਵਿੱਚ ਜੁੜੇ ਸਨ,
ਜਿਸ ਵੇਲੇ ਉਹਨਾਂ ਨੂੰ ਇਹ ਆਵਾਜ਼ ਸੁਣੀ ਨਾ ਸ਼ੇਰ ਦੀ ਬਬਕ ਦੀ, ਆਵਤ ਚਲਿਓ ਤੁਰਤ ਹੀ ਰਕਾ। ਆਂਦੇ ਵੀ ਉਸੇ ਵੇਲੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਜਦੋਂ ਆਪਣੇ ਨੇਤਰਾਂ ਦੇ ਨਾਲ ਸ਼ੇਰ ਵੱਲ ਤੱਕਿਆ ਤੇ ਉਹ ਸ਼ੇਰ ਜਿਹੜਾ ਸੀ ਉੱਥੇ ਹੀ ਖਲੋ ਗਿਆ। ਭਇਓ ਸਥੰਭ ਸਿਲਾ ਸ਼ਮਸ਼ੇਰ, ਮਨ ਉਹ ਸਥੰਭ ਹੋ ਗਿਆ, ਪੱਥਰ ਦੀ ਨਿਆਈ ਹੋ ਗਿਆ ਸ਼ੇਰ, ਉਹਦਾ ਕੋਈ ਹੱਥ ਪੈਰ ਕੁਝ ਨਹੀਂ ਸੀ ਹਿੱਲ ਰਿਹਾ। ਚਰਨ ਬਦਨ ਹਾਲਤ ਨਹਿ ਫੇਰੇ, ਕੋਈ ਉਹਦਾ ਪੈਰ ਨਹੀਂ ਸੀ ਹਿਲਦਾ, ਕੋਈ ਪੂਛ ਨਹੀਂ ਸੀ ਹਿਲਦੀ, ਕੋਈ ਉਹਦਾ ਸਿਰ ਨਹੀਂ ਸੀ ਹਿਲਦਾ, ਇੱਕਦਮ ਐ ਖਲੋ ਗਿਆ, ਪੱਥਰ ਦੀ ਨਿਆਈ ਹੋਇਆ। ਨਿਜ ਅਜਾਮਤ ਅਜਮਤ ਕੋ ਸੁੰਦਰ ਸ਼ਾਹੋ, ਆਂਦੇ ਇਹ ਕਰਾਮਾਤ ਸੁੰਦਰ ਸ਼ਾਹ ਫਕੀਰ ਨੇ ਜਿਸ ਵੇਲੇ ਵੇਖੀ, ਲਾਏ ਰਹਿਓ ਜੇਤਕ ਸੀ ਪਾਹੂ। ਆਂਦੇ ਵੀ ਉਹ ਸੋਚਣ ਲੱਗ ਪਿਆ ਵੀ ਇਹ ਕੀ, ਉਹਨੇ ਆਪਣੀ ਜਿਹੜੀ ਜੋਤਕਾ ਸੀ ਨਾ, ਆਪਣੀ ਜਿਹੜੀ ਉਹਦੀ ਤਾਕਤ ਸੀ, ਜਿਹੜੇ ਮੰਤਰ ਉਹਨੂੰ ਆਉਂਦੇ ਸੀ, ਸ਼ੇਰ ਨੂੰ ਤੋੜਨ ਵਾਸਤੇ ਬਥੇਰੇ ਮੰਤਰ ਬੜੇ ਇਹਨੇ ਫੂਕਣੇ ਸ਼ੁਰੂ ਕੀਤੇ। ਗਰਭ ਸਰਬ ਨਿਜ ਉੜ ਕੋ ਹਰਿਓ, ਬਥੇਰਾ ਜ਼ੋਰ ਲਾਇਆ ਮੰਤਰਾਂ ਦੇ ਨਾਲ ਵੀ ਇਹ ਹਿੱਲ ਪਵੇ, ਇਹ ਤੁਰ ਪਵੇ। ਬੜੋ ਆਪਣੇ ਤੇ ਲਖ ਪਰਿਓ, ਪਤਾ ਲੱਗ ਗਿਆ, ਕਰਮ ਚੰਗੇ ਸੀ, ਪਤਾ ਲੱਗ ਗਿਆ ਵੀ ਇਹ ਜੋ ਕੋਈ ਸਿੱਖ ਬੈਠਾ, ਜਿਹੜਾ ਸਾਧੂ ਫਕੀਰ ਆਇਆ, ਇਹ ਮੇਥੋਂ ਵੱਡਾ ਹੈ ਕੋਈ, ਇਹ ਮਾੜੀ ਮੋਟੀ ਕਰਾਮਾਤ ਵਾਲਾ ਨਹੀਂ, ਵੱਡੀ ਕਰਾਮਾਤ ਵਾਲਾ ਹੈ। ਜਾਏ ਬੰਦਨਾ ਕੀ ਅਗਾਰੀ, ਮਨ ਦਾ ਹੰਕਾਰ ਨਿਵਰਤਿਆ, ਪਛਾਣ ਕੀਤਾ ਤੇ ਜਾ ਕਰਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ, ਵੰਦਨਾ ਕੀਤੀ। ਮਹਾਪੁਰਖ ਤੁਮ ਹੋ ਤਪ ਭਾਰੀ, ਤੇ ਜਾ ਕਰਕੇ ਬੇਨਤੀ ਕੀਤੀ ਵੀ ਹੇ ਤੁਸੀਂ ਵੱਡੇ ਮਹਾਂਪੁਰਖ ਹੋ, ਤੁਸੀਂ ਵੱਡੀ ਕਰਾਮਾਤ ਦੇ ਮਾਲਕ ਹੋ, ਕਿਉਂਕਿ ਇਸ ਇਲਾਕੇ ਦੇ ਵਿੱਚ ਕਹਿੰਦਾ ਮੇਰਾ ਪੂਰਾ ਡੰਕਾ ਵੱਜਦਾ, ਮੇਥੋਂ ਬਿਨਾ ਕੋਈ ਕੰਮ ਹੋ ਨਹੀਂ ਸਕਦਾ ਕਿਸੇ ਦਾ, ਮੈਂ ਇੱਥੇ ਆਪਣੇ ਹਿਸਾਬ ਨਾਲ ਚਲਾਉਣਾ ਸਾਰਿਆਂ ਨੂੰ। ਪਰ ਹੇ ਮਹਾਂਪੁਰਖੋ ਤੁਸੀਂ ਵੱਡੀ ਕਰਾਮਾਤ ਸ਼ਕਤੀ ਦੇ ਮਾਲਕ ਹੋ, ਤੁਸੀਂ ਸ਼ਕਤੀਆਂ ਲੈ ਕੇ ਆਏ ਹੋ, ਤੁਸੀਂ ਕੌਣ ਹੋ? ਆਪ ਜੀ ਦੀ ਵੱਡੀ ਮਹਿਮਾ ਹੈ। ਇਸ ਤਰ੍ਹਾਂ ਬੇਨਤੀ ਕੀਤੀ ਵੀ ਬਾਦਲ ਮਹਾਰਾਜ ਆਪ ਜੀ ਵੱਡੀਆਂ ਸ਼ਕਤੀਆਂ ਦੇ ਹੋਣ ਕਰਕੇ ਖਿਮਾ ਕਰਨੀ, ਨਮਸਕਾਰ ਕੀਤੀ। ਛਮਹੁ ਅਵਗਿਆ ਹਮ ਤੇ ਭਈ, ਮੇਰੇ ਕੋ ਭਾਰੀ ਅਵਗਿਆ ਹੋ ਗਈ, ਵੱਡਾ ਪਾਪ ਹੋਇਆ ਜਿਹੜਾ ਆਪ ਜੀ ਦੇ ਸਾਹਮਣੇ ਮੈਂ ਆਪਣੀ ਤਾਕਤ ਵਿਖਾਉਣ ਦੀ ਕੋਸ਼ਿਸ਼ ਕੀਤੀ। ਜੇ ਹਰ ਕੋ ਅਬ ਦੇਹੋ ਮੁਕਤਈ, ਹਾਂ ਹੁਣ ਮੇਰੀ ਇਹ ਬੇਨਤੀ ਆ ਵੀ ਜਿਹੜੇ ਸ਼ੇਰ ਨੂੰ ਤੁਸੀਂ ਸਥੰਭ ਕਰ ਦਿੱਤਾ, ਪੱਥਰ ਬਣਾ ਦਿੱਤਾ ਨਾ, ਇਹ ਕਿਰਪਾ ਕਰਕੇ ਇਸ ਸ਼ੇਰ ਨੂੰ ਹੁਣ ਮੁਕਤੀ ਦੇ ਦਿਓ, ਮੁਕਤੀ ਬਖਸ਼ੋ। ਤਵ ਵਿਦਿਆ ਕੈ ਜਤਨ ਗਹੀਰ, ਫੇਰ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਯਾਦ ਕਰਕੇ ਸਤਨਾਮ ਕਹਿ ਸ਼ਿਰਕਿਓ ਨੀਰ, ਤੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਹੱਥ ਦੇ ਵਿੱਚ ਜਲ ਲਿਆ ਤੇ ਸਤਨਾਮ ਵਾਹਿਗੁਰੂ ਦਾ ਮੰਤਰ ਜਾਪ ਕਰਕੇ ਜਿਸ ਵੇਲੇ ਉਸ ਸ਼ੇਰ ਦੇ ਉੱਤੇ ਛਿੜਕਿਆ, ਸੁੰਦਰ ਸ਼ਾਹੋ ਕਰਿਓ ਜਬ ਕਹਿਓ, ਤੇ ਸੁੰਦਰ ਸ਼ਾਹ ਨੂੰ ਇੱਕ ਬਚਨ ਕੀਤਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਸੇਵਕ ਬਹਾਦਰ ਬਾਬਾ ਬਿਧੀ ਚੰਦ ਜੀ ਨੇ, ਪ੍ਰਾਨ ਅੰਤ ਕੇ ਹਰ ਤਬ ਲਇਓ, ਵੀ ਤੂੰ ਸਾਡੀ ਆਗਿਆ 'ਚ ਰਹਿਣਾ ਵਾ ਤੇ ਫਿਰ ਅਸੀਂ ਇਹਦੀ ਮੁਕਤੀ ਕਰਾਂਗੇ ਸ਼ੇਰ ਦੀ। ਅਪਰ ਦੇਹ ਸੁੰਦਰ ਹੋਏ ਗਈ, ਤੇ ਇਹ ਬਚਨ ਸੁਣ ਕੇ ਸੁੰਦਰ ਸ਼ਾਹ ਨਿਮਰ ਹੋਇਆ, ਬੇਨਤੀ ਕੀਤੀ ਤੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਜੋ ਸ਼ਕਤੀ ਵਰਤਾਈ, ਕਲਾ ਵਰਤਾਈ, ਤੇ ਇਸ ਸ਼ੇਰ ਦੇ ਵਿੱਚੋਂ ਜਿਹੜੀ ਜੀਵ ਆਤਮਾ ਨਿਕਲ ਕਰਕੇ ਬੜੇ ਸੁੰਦਰ ਸਰੂਪ ਧਾਰਨ ਕਰਕੇ ਖਲੋ ਗਈ। ਬਿਧੀ ਚੰਦ ਕੋ ਬੰਦਨ ਕਈ, ਤੇ ਇਸ ਜੀਵ ਆਤਮਾ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ, ਵੰਦਨਾ ਕੀਤੀ। ਦੇਖਤ ਬਿਸਮਿਓ ਸੁੰਦਰ ਸਾਹੋ, ਜਦੋਂ ਇਹ ਰੂਹ ਨਿਕਲੀ ਨਾ ਤੇ ਸੁੰਦਰ ਸ਼ਾਹ ਫਕੀਰ ਵੇਖ ਕੇ ਬੜਾ ਹੈਰਾਨ ਹੋਇਆ ਵੀ ਕਰਾਮਾਤ ਤੇ ਇੱਕ ਵੱਡੀ ਪਹਿਲਾਂ ਵੇਖੀ, ਇੱਕ ਵੱਡਾ ਕੌਤਕ ਪਹਿਲਾਂ ਵੇਖ ਲਿਆ ਨੇ ਅਸਚਰਜਤਾ ਵਾਲਾ, ਵੀ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਡਰਾਉਣ ਵਾਸਤੇ ਸ਼ੇਰ ਲਿਆਂਦਾ ਤੇ ਸ਼ੇਰ ਵੀ ਸਥੰਭ ਕਰ ਦਿੱਤਾ। ਉਹ ਤੋਂ ਪਹਿਲਾਂ ਰੁੱਖ ਦੇ ਥੱਲੇ ਬੈਠੇ ਉਹ ਹਰਿਆ ਹੋ ਗਿਆ। ਇਹ ਸ਼ਕਤੀ ਵੇਖ ਕੇ ਤੀਜਾ ਇਹ ਕੌਤਕ ਵੇਖਿਆ ਵੀ ਜਿਹੜੀ ਜੋਤ ਨਿਕਲੀ, ਜਿਹੜੀ ਰੂਹ ਨਿਕਲੀ ਸੁੰਦਰ ਸਰੂਪ ਵਾਲੀ, ਉਹ ਵੀ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਨਮਸਕਾਰ ਕਰ ਰਹੀ ਹੈ। ਆਣ ਕਰਕੇ ਇਹ ਸੁੰਦਰ ਸ਼ਾਹ ਫਕੀਰ ਜਿਹੜਾ ਮਨ ਹੀ ਮਨ ਹੈਰਾਨ ਹੋ ਰਿਹਾ, ਕੋ ਹੈ ਤੂੰ ਕਹੋ ਸੱਚ ਹਮ ਪਾਹੂ, ਤੇ ਕਹਿੰਦੇ ਜੀ ਪੁੱਛਣ ਲੱਗ ਪਿਆ ਇਹ ਜਿਹੜੀ ਰੂਹ ਨੂੰ ਵੀ ਤੁਸੀਂ ਕੌਣ ਹੋ, ਤੁਸੀਂ ਇਸ ਸਾਧੂ ਨੂੰ ਨਮਸਕਾਰ ਕਰ ਰਹੇ ਹੋ, ਕੌਣ ਹੋ ਤੁਸੀਂ, ਮੈਨੂੰ ਦੱਸੋ ਸੱਚ ਸੱਚ। ਸੁਨਤ ਆਪਣੀ ਕਥਾ ਸੁਣਾਈ, ਤੇ ਇਸ ਜੀਵ ਆਤਮਾ ਜਿਹੜੀ ਰੂਹ ਸੀ ਉਹਨੇ ਇਹ ਬਚਨ ਸੁਣ ਕੇ ਸੁੰਦਰ ਸ਼ਾਹ ਫਕੀਰ ਦਾ ਫਿਰ ਆਪਣੀ ਸਾਰੀ ਵਿਥਿਆ
ਜਿਹੜਾ ਉਹਦੇ ਨਾਲ ਕੌਤਕ ਹੋਇਆ, ਖੇਡ ਹੋਈ, ਜਿਹਦੇ ਕਰਕੇ ਸਰਾਫ ਹੋਇਆ, ਉਹ ਸਾਰੀ ਆਪਣੀ ਵਾਰਤਾ ਸੁਣਾਉਣ ਲੱਗਾ। ਮੋਕੋ ਜਾਨੋ ਕਿੰਨਰ ਰਾਈ। ਕਹਿੰਦਾ ਜੀ ਮੈਂ ਦੇਵਤਿਆਂ ਦਾ ਰਾਜਾ ਸਾਂ, ਮੈਂ ਬੜਾ ਵੱਡਾ ਰਾਜਾ ਸਾਂ, ਦੇਵਤਿਆਂ ਦੇ ਵਿੱਚ ਮੇਰਾ ਰਾਜ ਭਾਗ ਕਾਇਮ ਸੀ। ਦੇਵ ਸਭਾ ਮੈਂ ਬੈਠੋ ਹੋਇਓ। ਤੇ ਦੇਵਤਿਆਂ ਦੇ ਵਿੱਚ ਮੇਰਾ ਇੱਕ ਸਥਾਨ ਬਣਿਆ ਹੋਇਆ ਸੀ ਉੱਚਾ, ਤੇ ਮੈਂ ਜਿਸ ਵੇਲੇ ਦੇਵਤਿਆਂ ਦੀ ਸਭਾ ਦੇ ਵਿੱਚ ਬੈਠਾ ਹੋਇਆ ਸਾਂ, ਦੁਰਬਾਸ਼ਾ ਤਹਿ ਆਵਨ ਕਿਓ। ਉਸੇ ਸਭਾ ਦੇ ਵਿੱਚ ਦਰਬਾਸਾ ਰਿਸ਼ੀ ਵੀ ਪਹੁੰਚੇ। ਜਦੋਂ ਦਰਬਾਸਾ ਰਿਸ਼ੀ ਆਏ ਉਸ ਸਭਾ ਦੇ ਵਿੱਚ, ਮੋਕੋ ਅਲੰਗ ਅਗਾਰੀ ਜਾਏ। ਤੇ ਜਿਹੜੇ ਰਿਸ਼ੀਵਰ ਹੁੰਦੇ ਸੀ ਨਾ, ਇਹਨਾਂ ਦਾ ਅਸਥਾਨ ਰਾਜਿਆਂ ਨਾਲੋਂ, ਦੇਵਤਿਆਂ ਨਾਲੋਂ ਉੱਚਾ ਰੱਖਿਆ ਹੁੰਦਾ ਸੀ ਵੀ ਰਿਸ਼ੀ ਜਾਣ ਕੇ ਇਹਨਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਤੇ ਅਗਾਂਹ ਸਥਾਨ ਸੀ ਜਿਹਦੇ ਉੱਤੇ ਬੈਠਣਾ ਸੀ ਦੁਰਵਾਸਾ ਰਿਸ਼ੀ ਨੇ। ਜਦੋਂ ਇਹ ਲੰਘਦੇ ਸਾਰੇ ਦੇਵਤਿਆਂ ਨੂੰ ਤੇ ਇਸ ਗੰਧਰਵ ਨੂੰ ਵੀ ਲੰਘ ਕੇ ਗਾਂਹ ਨਿਕਲੇ, ਬੈਠਿਓ ਰਿਖ ਪਰ ਸਹਿਜ ਸੁਭਾਏ। ਕਹਿੰਦੇ ਦਰਬਾਸਾ ਰਿਸ਼ੀ ਆਪਣੇ ਸਹਿਜ ਸੁਭਾਅ ਦੇ ਨਾਲ ਹੀ ਗਾਂਹ ਤੁਰੇ ਗਏ ਤੇ ਜਾ ਕੇ ਜਿਹੜਾ ਇਹਨਾਂ ਦਾ ਸਥਾਨ ਸੀ ਉੱਥੇ ਬੈਠਣਾ ਕੀਤਾ। ਮਮ ਉਪਰ ਉਹ ਲੰਘਿਓ ਜਬੈ। ਜਦੋਂ ਕਹਿੰਦੇ ਮੇਰੇ ਲਾਗੋਂ ਲੰਘੇ ਨਾ, ਤੇ ਮੇਰੇ ਮਨ ਦੇ ਵਿੱਚ ਕੁਝ ਗੁੱਸਾ ਆ ਗਿਆ, ਹੰਕਾਰਵਤ ਹੋ ਗਿਆ ਮੇਰਾ ਮਨ। ਰਿਸ਼ਤੇ ਕਰੂਰ ਦ੍ਰਿਸ਼ਟ ਮੈਂ ਤਬੈ। ਮੈਂ ਆਪਣੀ ਬੜੀ ਕਰੂਰਤਾ ਵਾਲੀ ਦ੍ਰਿਸ਼ਟੀ ਦੇ ਨਾਲ ਦੁਰਵਾਸਾ ਰਿਸ਼ੀ ਨੂੰ ਵੇਖਣਾ ਸ਼ੁਰੂ ਕੀਤਾ। ਦੁਰਬਾਸ਼ੇ ਜਬ ਮੋਕਿਓ ਹੇਰਾ। ਤੇ ਜਿਸ ਵੇਲੇ ਦੁਰਵਾਸਾ ਰਿਸ਼ੀ ਨੇ ਕਹਿੰਦੇ ਮੈਨੂੰ ਵੇਖਿਆ ਨਾ, ਤੇ ਕਹਿੰਦੇ ਮੈਨੂੰ ਵੇਖ ਕਰਕੇ ਕਹਿੰਦੇ ਵੀ ਤੂੰ ਬੜਾ ਗੁੱਸੇ ਦੇ ਵਿੱਚ ਹੈ, ਇਸ ਤਰ੍ਹਾਂ ਬਚਨ ਕੀਤਾ। ਕਰੂਰ ਬਲੋਚਨ ਬਦਨ ਬਡੇਰਾ। ਬੜਾ ਕਹਿੰਦੇ ਐ ਸ਼ੇਰ ਵਾਂਗੂ ਕਰੂਰ ਹੋ ਕੇ ਵਹਿੰਦਾ ਫਿਰਦਾ ਹੈ ਮੇਰੇ ਵੱਲ। ਤਾਪ ਨਿਤ ਕ੍ਰੋਧੀ ਸ਼ਰਾਪ ਬਖਾਨਾ। ਕਹਿੰਦੇ ਦਰਬਾਸਾ ਰਿਸ਼ੀ ਦੇ ਮੁਖ ਤੋਂ ਇਹ ਬਚਨ ਨਿਕਲਿਆ ਵੀ ਤੂੰ ਸ਼ੇਰ ਵਰਗੀ ਬਿਰਤੀ ਲੈ ਕੇ ਸ਼ੇਰ ਵਾਂਗੂ ਘੂਰਦਾ ਮੈਨੂੰ। ਜਦੋਂ ਇਹ ਬਚਨ ਕੀਤਾ ਦਰਬਾਸਾ ਰਿਸ਼ੀ ਦਾ ਜਿਤਨਾ ਮਨ ਸ਼ਰਾਪ ਹੋ ਗਿਆ ਇਸ ਨੂੰ। ਮੁਝ ਦਿਸ਼ ਦੇਖਤ ਸ਼ੇਰ ਸਮਾਨਾ। ਕਹਿੰਦੇ ਵੀ ਸ਼ੇਰ ਦੇ ਸਮਾਨ ਮੈਨੂੰ ਤੱਕਦਾ ਹੈ, ਬੜਾ ਘੂਰਦਾ ਹੈ। ਧਰਿਓ ਜੂਨ ਅਵਨੀ ਤਲ ਜਾਏ। ਕਹਿੰਦੇ ਤੂੰ ਹੁਣ ਸ਼ੇਰ ਦੀ ਜੂਨ ਵੀ ਧਾਰਨ ਕਰੇਗਾ। ਇਹ ਸ਼ਰਾਪ ਦੇ ਦਿੱਤਾ ਵੀ ਤੇਰੀ ਸ਼ੇਰ ਦੀ ਜੂਨ ਹੋਵੇਗੀ। ਸੁਨ ਮੈਂ ਬੁਝਿਓ ਬੋ ਡਰ ਪਾਏ। ਕਹਿੰਦੇ ਜਿਸ ਵੇਲੇ ਦਰਬਾਸਾ ਰਿਸ਼ੀ ਦੇ ਮੁਖ ਤੋਂ ਇਹ ਬਚਨ ਸੁਣਿਆ ਨਾ ਵੀ ਸ਼ੇਰ ਦੀ ਜੂਨ ਵਿੱਚ ਜਾਵਾਂਗਾ, ਕਹਿੰਦੇ ਮੇਰਾ ਮਨ ਡਰ ਗਿਆ। ਮੈਂ ਡਰ ਕਰਕੇ ਨਿਮਰ ਹੋ ਗਿਆ, ਬੇਨਤੀ ਕੀਤੀ ਵੀ ਇਹ ਕੀ ਕਰ ਲਿਆ, ਸ਼ਰਾਪ ਲੈ ਬੈਠਾ। ਤੇ ਸ਼ਰਾਪ ਤੇ ਲੱਗਣਾ ਹੀ ਸੀ ਜਿਹੜਾ ਬਚਨ ਹੋ ਗਿਆ ਸਾਧੂ ਦਾ। ਇਸ ਕਰਕੇ ਇਹਨੇ ਜਾ ਕੇ ਫਿਰ ਬੇਨਤੀ ਕੀਤੀ ਦਰਬਾਸਾ ਰਿਸ਼ੀ ਨੂੰ, ਸ਼ਰਾਪ ਅੰਤ ਕਬ ਹੋਵੇ ਮੇਰਾ। ਕਹਿੰਦੇ ਜੀ ਹੁਣ ਤੁਹਾਡਾ ਬਚਨ ਹੋਇਆ ਤੇ ਮੈਂ ਸ਼ੇਰ ਦੀ ਜੂਨ ਤੇ ਪਾਵਾਂਗਾ ਹੀ, ਪਰ ਮੈਨੂੰ ਇਹ ਵੀ ਕਿਰਪਾ ਕਰਕੇ ਦੱਸ ਦਿਓ ਵੀ ਮੇਰੀ ਮੁਕਤੀ ਕਦੋਂ ਹੋਊਗੀ, ਮੈਂ ਇਸ ਜਨਮ ਚੋਂ ਕਿਸ ਪ੍ਰਕਾਰ ਮੁਕਤ ਹੋਵਾਂਗਾ। ਕਿਰਪਾ ਕਰਤ ਬੋਲਿਓ ਤੇ ਸਬੇਰਾ। ਤੇ ਕਿਰਪਾ ਕਰਕੇ ਮੇਰੇ ਤੇ ਵੱਡਾ ਤਰਸ ਕਰ ਦਿਓ, ਮੈਨੂੰ ਦੱਸ ਦਿਓ। ਸ੍ਰੀ ਗੁਰੂ ਨਾਨਕ ਕਾਲ ਅਵਤਾਰੇ। ਜਦੋਂ ਇਹਦੇ ਨਿਮਰਤਾ ਵਾਲੇ ਬਚਨ ਸੁਣੇ ਨਾ, ਤੇ ਉਸ ਵੇਲੇ ਦਰਬਾਸਾ ਰਿਸ਼ੀ ਜੀ ਬੜੇ ਪ੍ਰੇਮ ਦੇ ਨਾਲ ਬਚਨ ਕੀਤਾ। ਕਹਿੰਦੇ ਰਾਜਨ, ਜਿਸ ਵੇਲੇ ਅਕਾਲ ਪੁਰਖ ਸੱਚੇ ਪਾਤਸ਼ਾਹ ਖੁਦ ਖੁਦਾ ਪਰਮੇਸ਼ਰ ਗੁਰੂ ਨਾਨਕ ਸਾਹਿਬ ਕਲਯੁਗ ਦੇ ਸਮੇਂ ਦੇ ਵਿੱਚ ਆਪਣਾ ਅਵਤਾਰ ਧਾਰਨਗੇ, ਜੇ ਸਮ ਖਸ਼ਟਮ ਬਪ ਕੋ ਧਾਰੇ। ਜਿਸ ਵੇਲੇ ਗੁਰੂ ਨਾਨਕ ਸਾਹਿਬ 6ਵੀਂ ਥਾਂ ਤੇ ਆਣ ਕੇ ਬਿਰਾਜਮਾਨ ਹੋਣਗੇ ਨਾ, 6ਵਾਂ ਸਰੂਪ ਧਾਰਨ ਕਰਨਗੇ। ਤਿਸ ਕੋ ਸਿੱਖ ਗਿਆਨੀ ਇੱਕ ਦੇਖ। ਤੇ ਉਹਨਾਂ ਦਾ ਇੱਕ ਸਿੱਖ ਗਿਆਨੀ, ਬੜਾ ਬ੍ਰਹਮ ਗਿਆਨ ਬਿਰਤੀ ਵਾਲਾ ਇੱਕ ਸਿੱਖ ਜਿਹੜਾ ਤੈਨੂੰ ਮਿਲਣਾ ਕਰੇਗਾ। ਤਬ ਮੁਕਤ ਹੈ ਗੋ ਸ਼ਰਾਪ ਵਸੇਖ। ਤੇ ਉਹ ਜਿਸ ਵੇਲੇ ਤੈਨੂੰ ਦੇਖੇਗਾ ਨਾ, ਤੇਰੇ ਵੱਲ ਤੱਕ ਕੇ ਤੈਨੂੰ ਮੁਕਤ ਕਰ ਦੇਵੇਗਾ। ਇਹ ਸਮਾਂ ਇਸ ਤਰ੍ਹਾਂ ਹੁਣ ਤੈਨੂੰ ਕੱਟਣਾ ਪੈਣਾ ਇਸ ਜੂਨ ਦੇ ਵਿੱਚ। ਸੋ ਇਹੋ ਮਿਲਿਓ ਜੂਨ ਛੁੱਟ ਮੇਰੀ। ਕਹਿੰਦੇ ਵੀ ਉਹ ਸਮਾਂ ਅੱਜ ਸੁਭਾਗਾਂ ਵਾਲਾ ਆਇਆ, ਤੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਦੀ 6ਵੀਂ ਥਾਂ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਅਕਾਲ ਪੁਰਖ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਅਨੰਨ ਸੇਵਕ ਵਿਧੀ ਚੰਦ ਸ਼ੀਨਾ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਨੇ। ਤੇ ਇਹ ਜਿਸ ਵੇਲੇ ਕਹਿੰਦੇ ਇਹ ਆਏ, ਮੇਰਾ ਮਨ ਤ੍ਰਿਪਤ ਹੋ ਗਿਆ ਵੀ ਹੁਣ ਮੈਂ ਮੁਕਤ ਹੋ ਜਾਵਾਂਗਾ। ਕਹਿੰਦੇ ਇਹਨਾਂ ਨੂੰ ਤੱਕ ਕਰਕੇ ਮੇਰਾ ਅੰਤ ਸਮਾਂ ਆਇਆ ਸੀ। ਮੈਂ ਇਸ
ਮਾੜੀ ਨਖਿੱਧ ਜੂਨ ਤੋਂ ਮੈਂ ਹੁਣ ਮੋਕਸ਼ ਪ੍ਰਾਪਤ ਕੀਤਾ ਹੈ। ਮੈਂ ਅਬ ਗਮਨਿਉ ਦਰਸ਼ਨ ਹੇਰੀ, ਤੇ ਮੈਂ ਹੁਣ ਇਹਨਾਂ ਦੇ ਦਰਸ਼ਨ ਦੀਦਾਰ ਕਰਕੇ ਚਲਾ ਜਾਵਾਂਗਾ ਸੱਚਖੰਡ ਨੂੰ। ਭਾਗ ਧਨ ਤੂੰ ਆਪਣੇ ਜਾਨ, ਤੇ ਹੇ ਸੁੰਦਰ ਸ਼ਾਹ ਫਕੀਰ, ਤੇਰੇ ਵੱਡੇ ਭਾਗ, ਤੇਰੀ ਵੱਡੇ ਕਰਮ ਨੇ, ਜਿਹੜੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਅਨੰਨ ਸੇਵਕ ਬ੍ਰਹਮ ਗਿਆਨੀ, ਜਿਨ੍ਹਾਂ ਦੇ ਤੂੰ ਦਰਸ਼ਨ ਦੀਦਾਰ ਕਰ ਰਿਹਾ ਹੈ, ਜਿਹੜਾ ਉਹਨਾਂ ਨੇ ਆਪਣਾ ਰੂਪ ਬਣਾ ਕੇ ਘੱਲਿਆ ਹੋਇਆ ਹੈ। ਪੂਰ ਕਾਮਨਾ ਹੋਏ ਮਹਾਨ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਮ ਕਹੈ ਨਭ ਕੀ ਔਰ ਸਦਾਇਓ, ਇੰਨਾ ਬਚਨ ਕਹਿ ਕਰਕੇ ਜਦੋਂ ਇੰਨੀ ਗੱਲ ਹੋਈ, ਇਹ ਜਿਹੜੀ ਜੀਵ ਆਤਮਾ ਸੀ ਇਹ ਪ੍ਰਲੋਕ ਨੂੰ ਚਲੀ ਗਈ, ਸੱਚਖੰਡ ਨੂੰ ਤੁਰ ਪਈ। ਸੁੰਦਰ ਸ਼ਾਹ ਸੁਨਤ ਬਿਸਮਾਇਓ, ਤੇ ਸੁੰਦਰ ਸ਼ਾਹ ਬੜਾ ਹੈਰਾਨ ਹੋ ਰਿਹਾ ਸੀ ਇਹ ਬਚਨ ਸੁਣ ਕੇ, ਵਿਸਮਾਦਤਾ ਵਿੱਚ, ਅਸਚਰਜਤਾ ਦੇ ਵਿੱਚ ਪਹੁੰਚ ਗਿਆ, ਵਿਸਮਾਦੀ ਹੋ ਗਿਆ। ਕਰ ਬਿਨਤੀ ਤਜ ਗਿਣਤੀ ਆਨ, ਤੇ ਆਣ ਕਰਕੇ ਬੇਨਤੀ ਕੀਤੀ। ਫਿਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਕਹਿਣ ਲੱਗਾ, ਰਾਖਿਓ ਆਪਣੇ ਨਿਕਟ ਸੁਜਾਨ, ਹੇ ਮਹਾਂਪੁਰਖੋ, ਮੈਨੂੰ ਬ੍ਰਹਮ ਗਿਆਨੀ ਮਹਾਂਪੁਰਖੋ ਬਹਾਦਰ ਬਾਬਾ ਬਿਧੀ ਚੰਦ ਜੀ, ਆਪ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਰੱਖਿਓ। ਹੁਣ ਇਹ ਮੇਰੇ ਤੇ ਵੱਡਾ ਤਰਸ ਕਰ ਦਿਓ। ਅਨਕ ਭਾਂਤ ਕੀ ਸੇਵਾ ਕਰੀ, ਤੇ ਬਹੁਤ ਭਾਂਤ ਦੇ ਪਦਾਰਥਾਂ ਦੇ ਨਾਲ, ਜਲ ਪਾਣੀ ਦੇ ਨਾਲ ਮੁੱਠੀ ਚਾਪੀ ਕਰਕੇ ਸੇਵਾ ਕੀਤੀ ਬਾਬਾ ਬਿਧੀ ਚੰਦ ਸਾਹਿਬ ਜੀ ਦੀ। ਸੁਨਤ ਬਚਨ ਦੁਬਦਾ ਸਭ ਹਰੀ, ਤੇ ਜਿਸ ਵੇਲੇ ਇਹਨੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਕੋਲੋਂ ਸਤਨਾਮ ਦਾ ਜਾਪ ਸੁਣਿਆ, ਤੇ ਇਹਦੀਆਂ ਸਾਰੀਆਂ ਦੁਬਿਧਾਵਾਂ, ਸਾਰੀਆਂ ਵਾਸਨਾ, ਸਾਰੇ ਮਨ ਦੇ ਫੁਰਨੇ ਜਿਹੜੇ ਸੀ ਨਾ, ਉਹ ਅਫੁਰ ਹੋ ਗਏ, ਖਤਮ ਹੋ ਗਏ। 3 ਦਿਵਸ ਬਸ ਵਿਦਿਆ ਚਾਲਾ, 3 ਦਿਨ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਸੁੰਦਰ ਸ਼ਾਹ ਫਕੀਰ ਦੇ ਕੋਲ ਰਹਿਣਾ ਕੀਤਾ। ਹਿਤ ਰਾਖਣ ਕੈ ਬਨੈ ਵਿਸਾਲਾ, ਆਂਦੇ ਬਾਅਦ ਵਿੱਚ ਬੇਅੰਤ ਤਰ੍ਹਾਂ ਦੀਆਂ ਸੇਵਾਵਾਂ ਕਰ ਰਹੇ ਸਨ ਜੋ ਬਹਾਦਰ ਬਾਬਾ ਬਿਧੀ ਚੰਦ ਜੀ ਦੀਆਂ। ਤੁਮ ਮੋਰੇ ਗੁਰਦੀਨ ਸੁਗਿਆਨਾ, ਤੇ ਬੇਨਤੀ ਕੀਤੀ ਸੁੰਦਰ ਸ਼ਾਹ ਫਕੀਰ ਨੇ, ਕਹਿੰਦੇ ਵੀ ਤੁਸੀਂ ਮੇਰੇ ਗੁਰੂ ਜੇ, ਤੁਸੀਂ ਮੈਨੂੰ ਗਿਆਨ ਦਾ ਉਪਦੇਸ਼ ਦ੍ਰਿੜ ਕਰਾਇਆ, ਤੇ ਕਿਰਪਾ ਕਰਿਓ ਜਿਹੜਾ ਤੁਸੀਂ ਗਿਆਨ ਦਿੱਤਾ ਇਹ ਸਦਾ ਨਿਭ ਜਾਵੇ। ਫਲ ਪ੍ਰਾਪਤ ਤਬ ਕੀਏ ਜੋ ਮਹਾਨਾ, ਮੇਰੀ ਵੱਡੇ ਕਰਮ, ਪੁਰਾਣੀ ਤਪੱਸਿਆ ਕੀਤੀ ਕੰਮ ਆ ਗਈ, ਜਿਹਦੇ ਕਰਕੇ ਮੈਨੂੰ ਆਪ ਜੀ ਦਾ ਆਸਰਾ ਮਿਲ ਗਿਆ। ਰਹਿਓ ਨਾ ਜਾਏ ਤੁਮਾਰੇ ਬਿਨਾ, ਤੇ ਹੁਣ ਮੈਂ ਤੁਹਾਥੋਂ ਬਿਨਾਂ ਰਿਹਾ ਨਹੀਂ ਜਾਂਦਾ। ਜੇ ਆਪ ਜੀ ਜਾਣਦੇ ਹੋ ਨਾ, ਜੇ ਇਹ ਵਿਜੋਗ ਬਣਦਾ ਹੈ ਤੇ ਮਨ ਜਿਹੜਾ ਹੈ ਬਹੁਤਾ ਦੁਖਦਾ ਹੈ, ਕਿਉਂਕਿ ਆਪ ਜੀ ਦਾ ਵਿਜੋਗ ਮੇਰੇ ਤੋਂ ਸਹਿਆ ਨਹੀਂ ਜਾਂਦਾ। ਤਨ ਤਜਬੋ ਤੁਮ ਢਿਗ ਚਹਿ ਕਨਾ, ਤੇ ਕਹਿੰਦੇ ਹੁਣ ਇੱਕ ਕਿਰਪਾ ਹੋਰ ਕਰਿਓ, ਜਿਸ ਵੇਲੇ ਇਸ ਸਰੀਰ ਦਾ ਮੈਂ ਤਿਆਗ ਕਰਨਾ। ਵਿਧੀ ਚੰਦ ਸੁਨ ਧੀਰਜ ਦੀਨ, ਤੇ ਕਹਿੰਦੇ ਤੁਸੀਂ ਕਿਰਪਾ ਕਰਿਓ ਮੇਰੇ ਅੰਤ ਸਮੇਂ ਮੇਰੇ ਕੋਲ ਆਇਓ। ਤੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਇਹ ਬਚਨ ਸੁਣ ਕੇ ਸੁੰਦਰ ਸ਼ਾਹ ਫਕੀਰ ਨੂੰ ਧੀਰਜ ਦੇਣਾ ਕੀਤਾ। ਬੜੇ ਪ੍ਰੇਮ ਦੇ ਨਾਲ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਤੇ ਉਹਨਾਂ ਦੇ ਅੰਤਰ ਆਤਮਾ ਨੂੰ ਸ਼ਾਂਤ ਕੀਤਾ। ਮਮ ਤੁਮ ਬੈਸ ਏਕ ਸਮਚੀਨ, ਬਚਨ ਕਰਨ ਲੱਗੇ ਬਾਬਾ ਬਿਧੀ ਚੰਦ ਸਾਹਿਬ ਜੀ, ਕਹਿੰਦੇ ਸੁੰਦਰ ਸ਼ਾਹ ਜੀ, ਤੁਹਾਡਾ ਤੇ ਸਾਡਾ ਜਿਹੜਾ ਅੰਤਲਾ ਸਮਾਂ ਹੈ ਨਾ, ਮਮ ਤੁਮ ਬੈਸ ਏਕ ਸਮਚੀਨ, ਤੇਰਾ ਤੇ ਮੇਰਾ ਜਿਹੜਾ ਅੰਤ ਸਮਾਂ ਇੱਕੋ ਜਿਹਾ ਰਹਿ ਗਿਆ, ਇੱਕੋ ਜੀ ਉਮਰ ਬਾਕੀ ਰਹਿ ਗਈ, ਇੱਕੋ ਦਿਨ ਆਪਾਂ ਸਰੀਰ ਛੱਡਣਾ ਹੈ। ਬਾਸਰੋ ਬਾਸਰ ਘਟਕਾ ਸੋਏ, ਹਾਂ, ਉਹ ਦਿਨ ਵਾਰ ਮਹੀਨਾ ਥਿਤ ਸਵਾਸ ਜਿਹੜੇ ਨੇ ਆਪਣੇ ਦੋਵਾਂ ਦੇ ਇੱਕੋ ਜਿਹੇ ਰਹਿ ਗਏ ਨੇ, ਹੁਣ ਕੋਈ ਫਰਕ ਨਹੀਂ ਰਹਿ ਗਿਆ। ਤੂੰ ਤੇ ਮੈਂ ਇਕੱਠੇ ਸਰੀਰ ਛੱਡਾਂਗੇ। ਹੋਰ ਤੋਰ ਤਨ ਤਿਆਗਨ ਹੋਏ, ਆਂਦੇ ਤੇਰੇ ਤਾਂ ਮੇਰਾ ਜਿਹੜਾ ਤਿਆਗਣ ਦਾ ਸਮਾਂ ਨਾ, ਅੰਤ ਸਮਾਂ, ਸਰੀਰ ਤਿਆਗਣ ਦਾ ਸਮਾਂ ਇਕੱਠਾ ਆਵੇਗਾ। ਸੁਨਤ ਆਨੰਦ ਭਾ ਸੁੰਦਰ ਸਾਹੂ, ਜਦੋਂ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਮੁਖ ਤੋਂ ਇਹ ਬਚਨ ਸੁਣਿਆ ਨਾ, ਸੁੰਦਰ ਸ਼ਾਹ ਨੇ ਬੜਾ ਖੁਸ਼ ਹੋਇਆ, ਆਨੰਦ ਹੋ ਗਿਆ। ਆਏ ਕਿਉਂ ਹਾਂ, ਖੁਸ਼ ਕਿਉਂ ਹੋਇਆ ਸੁੰਦਰ ਸ਼ਾਹ ਫਕੀਰ? ਜਿਹੜਾ ਬੰਦਾ ਭਗਤੀ ਕਰਦਾ ਨਾ, ਉਹਦਾ ਮਨੋਰਥ ਹੁੰਦਾ ਵੀ ਅੰਤ ਸਮਾਂ ਜਿਹੜਾ ਚੰਗਾ ਨਿਕਲ ਜਾਵੇ, ਅੰਤ ਸਮੇਂ ਜਿਹੜਾ ਪਰਮੇਸ਼ਰ ਬਾਂਹ ਫੜ ਲਵੇ। ਗੱਲ ਤੇ ਅੰਤਲੇ ਸਮੇਂ ਦੀ ਆ ਨਾ, ਤੇ ਅੰਤਲੇ ਸਮੇਂ ਦੇ ਵਿੱਚ ਜੇ ਖੇਡ ਵਿਗੜ ਗਈ ਤੇ ਨਿਖਿੱਧ ਜੂਨਾ ਵਿੱਚ ਵੀ ਪੈਣਾ ਪੈ ਸਕਦਾ। ਜਿਸ ਪ੍ਰਕਾਰ ਬੇਅੰਤ ਸ਼ਬਦ ਪ੍ਰਮਾਣ ਆਉਂਦੇ ਹਨ, ਭਗਤ ਤ੍ਰਿਲੋਚਨ ਜੀ ਦਾ ਵੀ ਪ੍ਰਮਾਣ ਆਉਂਦਾ ਹੈ, ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ, ਪ੍ਰੇਤ ਜਿਉਨ ਵਲ ਵਲ ਉਤਰੇ।
ਮਰਦਿਆਂ ਮਰਦਿਆਂ ਸੁਰਤ ਨੇ ਧਿਆਨ ਕਰ ਲਿਆ ਵੀ ਮੇਰਾ ਘਰ ਦਾ ਕੀ ਬਣੇਗਾ, ਮਕਾਨਾਂ ਦਾ ਕੀ ਬਣੇਗਾ, ਮੇਰੀ ਜਾਇਦਾਦ ਦਾ ਕੀ ਬਣੇਗਾ। ਤੇ ਕਹਿੰਦੇ ਉਦੋਂ ਫਿਰ ਪ੍ਰੇਤ ਦੀ ਜੂਨ ਮਿਲਦੀ ਫਿਰ। ਤੇ ਜਿਹੜਾ ਮਰਦਿਆਂ ਮਰਦਿਆਂ ਮਾਇਆ ਦਾ ਚਿਤਵਨ ਕਰਦਾ ਉਹਨੂੰ ਫਿਰ ਸੱਪ ਦੀ ਜੂਨ ਭੋਗਣੀ ਪੈਂਦੀ। ਇਹ ਗੁਰੂ ਸਾਹਿਬ ਦੀ ਬਾਣੀ ਦਾ ਹੁਕਮ ਹੈ, ਕੋਲੋਂ ਨਹੀਂ ਕੋਈ। ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ, ਸਰਪ ਜੋਨ ਵੱਲ ਵੱਲ ਉਤਰੇ। ਤੇ ਅੰਤਲੇ ਸਮੇਂ ਧੀਆਂ ਪੁੱਤਾਂ ਵੱਲ ਧਿਆਨ ਚਲਿਆ ਗਿਆ ਤੇ ਸੂਰ ਦੀ ਨਖਿੱਧ ਜੂਨ ਦੇ ਵਿੱਚ ਪੈ ਜਾਂਦਾ ਬੰਦਾ। ਅੰਤ ਸਮੇਂ ਦੇ ਵਿੱਚ ਜੇ ਸੁਰਤ ਸਾਰੇ ਪਾਸਿਓਂ ਟੁੱਟ ਕੇ ਇਸਤਰੀ ਵੱਲ ਚਲੀ ਗਈ ਤੇ ਉਹ ਵੇਸ਼ਵਾ ਦੀ ਜੂਨੇ ਪੈ ਜਾਂਦਾ। ਤੇ ਅਖੀਰ ਬੰਦ ਵਿੱਚ ਕਹਿੰਦੇ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ, ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੇ ਵਸੇ। ਅੰਤਲਾ ਸਮਾਂ ਜੇ ਵਾਹਿਗੁਰੂ ਵਾਹਿਗੁਰੂ ਕਰਦਿਆਂ, ਵਾਹਿਗੁਰੂ ਵਾਹਿਗੁਰੂ ਜਪਦਿਆਂ ਚਲਿਆ ਗਿਆ ਬੰਦਾ ਸਰੀਰ ਛੱਡੇਗਾ ਤੇ ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਨਾਰਾਇਣ ਆਪ ਲੈਣ ਆਉਂਦੇ ਤੇ ਆਪਣੇ ਨਿਜ ਘਰ ਦੇ ਵਿੱਚ ਹੀ ਲੈ ਜਾਂਦੇ। ਫਿਰ ਉਹਨੂੰ ਆਪਣੇ ਤੋਂ ਦੂਰ ਰਹਿਣ ਹੀ ਨਹੀਂ ਦਿੰਦੇ। ਜੀਵਨ ਵਿੱਚ ਜਿਹੜਾ ਜੀਵ ਭਗਤੀ ਕਰਦਾ, ਜਿਹੜੇ ਜਗਿਆਸੂ ਅਭਿਆਸੀ ਨੇ ਨਾ, ਉਹਨਾਂ ਦੇ ਗੱਲ ਪਕੜ ਦੇ ਵਿੱਚ ਆਉਂਦੀ ਹੈ। ਜਦੋਂ ਉਹ ਬੰਦਗੀ ਕਰਦੇ ਉਹਨਾਂ ਨੂੰ ਸਿਰਫ ਨਿਸ਼ਾਨਾ ਇਹੋ ਹੈ ਵੀ ਅੰਤਲਾ ਸਮਾਂ ਜਿਹੜਾ ਚੰਗਾ ਨਿਕਲ ਜਾਵੇ। ਸੁੰਦਰ ਸ਼ਾਹ ਦੀ ਬੰਦਗੀ ਵੀ ਬੜੀ ਭਾਰੀ ਭਗਤੀ ਸੀ, ਤਪ ਵੀ ਕਰ ਰਿਹਾ ਸੀ ਤੇ ਬਖਸ਼ਿਸ਼ ਵੀ ਹੋਈ, ਪਰ ਡਰ ਸੀ ਨਾ ਕਿਤੇ ਅੰਤ ਸਮੇਂ ਡੋਲ ਨਾ ਜਾਵਾਂ। ਜੇ ਡੋਲ ਗਿਆ ਤੇ ਫਿਰ ਨਖਿੱਧ ਜੂਨਾ, ਫਿਰ 84 ਲੱਖ ਦਾ ਗੇੜ, 21 ਲੱਖ ਦੇ 4 ਪੜਾਅ ਨੇ। ਅੰਡਜ ਦੇ ਜੇ ਰਜ ਸੇਤਜ ਤੇ ਉਤਪੁਜ, ਚਾਰਾਂ ਦੇ ਵਿੱਚ ਹੀ ਵੱਖੋ ਵੱਖਰੇ ਜਨਮ ਲੈਣੇ ਪੈਂਦੇ ਤੇ ਜਿਹੜੀ ਸਾਰੀਆਂ ਜੂਨਾਂ ਟੱਪ ਕੇ ਅਖੀਰਲੀ ਫਿਰ ਮਨੁੱਖਾ ਦੇ ਪ੍ਰਾਪਤ ਹੋਈ ਆਪਾਂ ਨੂੰ ਵਡਭਾਗਿਆਂ ਦੇ ਨਾਲ, ਵੱਡਿਆਂ ਭਾਗਾਂ ਦੇ ਨਾਲ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਸਾਹਿਬ ਕਲਗੀਧਰ ਪਿਤਾ ਨੇ ਇਸ ਪੰਥ ਦੇ ਵਿੱਚ ਬੇਅੰਤ ਬਖਸ਼ਿਸ਼ਾਂ ਕੀਤੀਆਂ। ਗੁਰੂ ਨਾਨਕ ਸਾਹਿਬ ਜੀ ਨੇ ਮੋਕਸ਼ ਮਾਰਗ ਬੜਾ ਸੁਖਾਲਾ ਕੀਤਾ। ਸਿੱਖ ਸਿੱਧੇ ਤੌਰ 'ਤੇ ਨਿਤਨੇਮ ਤੇ ਸ਼ਾਮ ਦੀਆਂ ਬਾਣੀਆਂ ਤੇ ਸੁੱਚੀ ਸੱਚੀ ਕਿਰਤ ਕਰੀ ਜਾਵੇ ਨਾ ਤੇ ਉਹਦਾ ਅੰਤ ਸਮਾਂ ਬਹੁਤਾ ਸੁਖ ਵਾਲਾ ਤੇ ਸਹਿਜ ਵਾਲਾ ਲੰਘ ਜਾਂਦਾ। ਅੰਤ ਸਮੇਂ ਨੂੰ ਪਤਾ ਨਹੀਂ ਲੱਗਣਾ। ਜਿਸ ਤਰ੍ਹਾਂ ਮਨ ਹਾਥੀ ਫੁੱਲਾਂ ਦੀ ਮਾਲਾ ਤਿਆਗਦਾ ਨਾ, ਇਸ ਪ੍ਰਕਾਰ ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਸਰੀਰ ਨੂੰ ਛੱਡ ਕੇ ਚਲਿਆ ਜਾਂਦਾ। ਨਹੀਂ ਤਾਂ ਕਹਿੰਦੇ ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੜਕਾਏ, ਸਰੀਰ ਦੇ ਕੜਾਕੇ ਨਿਕਲ ਜਾਂਦੇ, ਸਰੀਰ ਆਕੜ ਜਾਂਦਾ, ਤਕਲੀਫ ਇੰਨੀ ਹੁੰਦੀ, ਦਰਦ ਇੰਨੀ ਹੁੰਦੀ, ਮੌਤ ਆਉਣ ਲੱਗਿਆ। ਪਰ ਜਿਹੜੇ ਮਹਾਂਪੁਰਖ ਉੱਚੀ ਬਿਰਤੀ ਵਾਲੇ ਜਿਹੜਾ ਜਾਵੇਗਾ, ਜਿਹਨੂੰ ਅੰਤ ਸਮਾਂ ਸੁਭਾਗ ਦੇ ਨਾਲ ਗੁਰੂ ਨਾਨਕ ਦੇ ਚਰਨਾਂ ਦੀ ਪ੍ਰੀਤੀ ਦੇ ਵਿੱਚ ਲੰਘੇਗਾ, ਉਹਦਾ ਐਂ ਲੰਘੇਗਾ ਜਿਸ ਤਰ੍ਹਾਂ ਮੱਖਣ ਦੇ ਵਿੱਚੋਂ ਵਾਲ ਕੱਢ ਦਈਦਾ। ਤੇ ਬਾਬਾ ਸੁੰਦਰ ਸ਼ਾਹ ਫਕੀਰ ਸੀ ਨਾ, ਇਹੀ ਸੋਚਣ ਦਿਆ ਸੀ ਵੀ ਅੰਤ ਸਮਾਂ ਤੇ ਆ ਗਿਆ ਤੇ ਹੁਣ ਕਿਰਪਾ ਕਰ ਦੇਣ। ਤੇ ਉਹ ਵਰ ਲੈ ਲਿਆ ਬਾਬਾ ਬਿਧੀ ਚੰਦ ਸਾਹਿਬ ਦੇ ਕੋਲ ਵੀ ਬਾਂਹ ਫੜ ਕੇ ਲੈ ਜਿਓ, ਕੋਈ ਬਾਂਹ ਫੜਨ ਵਾਲਾ ਕੋਈ ਚਾਹੀਦਾ ਨਾ, ਵੀ ਜਿਹੜਾ ਗਾਂ ਸੱਚਖੰਡ ਜਾਂ ਦਰਗਾਹ ਪਹੁੰਚਾ ਦੇਵੇ। ਤੇ ਉਹ ਮਿਲ ਗਿਆ ਸੀ ਅੱਜ ਉਹਨਾਂ ਨੂੰ। ਤਰਲਾ ਲਿਆ ਉਹਨਾਂ ਦਾ ਵੀ ਕਿਰਪਾ ਕਰਿਓ, ਮੈਨੂੰ ਆਪਣੇ ਨਿੱਜ ਘਰ ਦੇ ਵਿੱਚ ਨਾਲ ਲੈ ਜਾਇਓ, ਇਹ ਤਰਸ ਰੱਖਿਓ ਮੇਰੇ ਤੇ। ਇਹ ਸੁਣ ਕੇ ਬੜਾ ਖੁਸ਼ ਹੋਇਆ ਸੁੰਦਰ ਸ਼ਾਹ ਫਕੀਰ। ਕਹਿਓ ਕਿਰਪਾ ਤਬ ਹੋ ਪਾਹੋ, ਆਂਦੇ ਵੀ ਬਹੁਤ ਕਿਰਪਾ ਕੀਤੀ। ਇਸ ਪ੍ਰਕਾਰ ਬੇਅੰਤ ਬਖਸ਼ਿਸ਼ਾਂ ਲਈਆਂ ਸੁੰਦਰ ਸ਼ਾਹ ਨੇ। ਦੋਨੋਂ ਤਨ ਤਿਆਗੈ ਇੱਕ ਕਾਲ, ਤੇ ਦੋਵੇਂ ਇੱਕੋ ਸਮੇਂ ਕਹਿੰਦੇ ਆਪਾਂ ਤਨ ਤਿਆਗਾਂਗੇ। ਗਮਨਿਓ ਲੈ ਪਰਲੋਕ ਨਿਜ ਨਾਲ, ਤੇ ਨਾਲ ਹੀ ਤੇਰੀ ਕਹਿੰਦੇ ਬਾਂਹ ਫੜ ਕੇ ਤੈਨੂੰ ਪਰਲੋਕ ਦੇ ਵਿੱਚ ਲੈ ਜਾਵਾਂਗੇ। ਜੇ ਕੋਈ ਕਹਿ ਦੇ ਵੀ ਮੈਂ ਤੈਨੂੰ ਅੱਜ ਫਰੀ ਲੈ ਜਾਵਾਂਗਾ ਸ੍ਰੀ ਹੇਮਕੁੰਟ ਸਾਹਿਬ, ਤੇ ਬੰਦੇ ਨੂੰ ਹੁੰਦਾ ਚੱਲ ਮਾਇਆ ਤੇ ਲੱਗਣੀ ਨਹੀਂ। ਇਸੇ ਪ੍ਰਕਾਰ ਇਹ ਭਗਤਾਂ ਨੂੰ ਵੀ ਲਾਲਚ ਹੁੰਦਾ, ਭਗਤੀ ਕਰ ਕਰਕੇ ਕਿ ਕੋਈ ਉਹਨਾਂ ਤੋਂ ਵੱਡਾ ਕੋਈ ਮਿਲ ਜਾਵੇ, ਪਹੁੰਚਿਆ ਕੋਈ ਮਿਲ ਜਾਵੇ, ਟਿਕਿਆ ਮਿਲ ਜਾਵੇ, ਜਿਹਨੂੰ ਪਤਾ ਵੀ ਇਹਨੇ ਸੱਚਖੰਡ ਜਾਣਾ। ਤੇ ਜੇ ਕਹਿੰਦੇ ਉਹਦੇ ਨਾਲ ਵਾਅਦਾ ਹੋ ਜਾਵੇ ਤੇ ਫਿਰ ਵਾਅਦਾ ਕਰ ਲਈਦਾ ਵੀ ਕਿਰਪਾ ਕਰਿਓ ਬਾਂਹ ਫੜ ਕੇ ਲੈ ਜਿਓ। ਜਦੋਂ ਆਪਾਂ ਕਿਤੇ ਐਵੇਂ ਜਾਈਏ ਯਾਤਰਾ 'ਤੇ, ਜਾਂ ਕਿਤੇ ਹੋਰ ਘੁੰਮਣ ਫਿਰਨ ਜਾਈਏ, ਉੱਥੋਂ ਦੀ ਖੁਸ਼ੀ ਕਿੰਨੀ ਹੁੰਦੀ ਤੇ ਮਹਾਂਪੁਰਖਾਂ ਨੂੰ ਕਿੰਨੀ ਖੁਸ਼ੀ ਹੋਵੇਗੀ, ਉਹ ਜੀਵ ਨੂੰ ਕਿੰਨੀ ਖੁਸ਼ੀ ਹੋਵੇਗੀ ਜਿਹਨੂੰ ਕਲਗੀਧਰ ਪਿਤਾ ਜਾਂ ਉਹਨਾਂ ਦੇ ਸਿੱਖ ਕਹਿ ਦੇਣ ਵੀ ਅਸੀਂ ਤੇਰੀ ਬਾਂਹ ਫੜ ਕੇ ਤੈਨੂੰ ਲੈ ਜਾਣਾ, ਤੂੰ ਚਿੰਤਾ ਨਾ ਕਰ, ਨਿਤਨੇਮ ਸੇਵਾ ਸਿਮਰਨ ਕਰ।
ਬੜੀ ਆਨੰਦ ਹੋ ਗਿਆ, ਖੁਸ਼ ਹੋ ਗਿਆ ਸੁੰਦਰ ਸ਼ਾਹ ਫਕੀਰ ਵੀ ਮੇਰੀ ਬਾਹ ਫੜ ਲਈ ਬਾਬਾ ਵਿਧੀ ਚੰਦ ਸਾਹਿਬ ਜੀ ਨੇ। ਹਾਂਜੀ। ਦਾਸ ਜਾਨ ਨਿਜ ਥਿਰ ਹੋਬ ਸੰਭਾਰੋ। ਤੇ ਦਾਸ ਜਾਣ ਕੇ ਕਹਿੰਦੀ ਮੇਰੇ ਲਾਜ ਰੱਖ ਲਿਓ, ਹੁਣ ਮੇਰੀ ਬਾਹ ਫੜ ਕੇ ਹੀ ਰੱਖਿਓ, ਛੱਡਿਓ ਨਾ। ਆਪ ਤਰਹੁ ਅਰ ਮੋਕੋ ਤਾਰੋ। ਤੁਸੀਂ ਤੇ ਤਰੇ ਹੋ ਨਾ, ਤੇ ਆਪ ਤੇ ਤੁਸੀਂ ਤਰਨਾ ਤੇ ਮੈਨੂੰ ਵੀ ਨਾਲ ਲੈ ਕੇ ਤਰ ਜਾਇਓ। ਸੁਨ ਬਿਨਤੀ ਵਿਦਿਆ ਸੋ ਪ੍ਰਸੰਨ। ਜਦੋਂ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ, ਬਾਬਾ ਵਿਧੀ ਚੰਦ ਸਾਹਿਬ ਜੀ ਬੜੇ ਪ੍ਰਸੰਨ ਹੋਏ। ਤਵ ਸੰਕਲਪ ਹੋਏ ਨਹਿਆਨ। ਤੇ ਕਹਿੰਦੇ ਸੰਕਲਪ ਕਰ ਲਿਆ, ਭਰੋਸਾ ਦੇ ਦਿੱਤਾ ਵੀ ਆਪਾਂ ਇਕੱਠੇ ਜਾਵਾਂਗੇ। ਵਿਸ਼ਵ ਐ ਭਰੋਸੇ ਦੇ ਨਾਲ ਗੱਲ ਹੋ ਗਈ। ਜਬ ਹੈ ਸਮਾ ਤਨ ਤਜਬੇ ਹੋਏ। ਕਹਿੰਦੇ ਇਹ ਵੀ ਅਸੀਂ ਤੇਰੇ ਨਾਲ ਵਾਅਦਾ ਕਰ ਲੈਂਦੇ, ਜਦੋਂ ਅੰਤ ਸਮਾਂ ਆਵੇਗਾ ਨਾ ਸਾਡਾ, ਤੁਝ ਢਿਗ ਪਹੁੰਚਿਓ ਲਖ ਮੈਂ ਸੋਏ। ਕਿਸੇ ਵੀ ਕਾਰਨ, ਕੁਝ ਵੀ ਕਾਰਨ ਹੋ ਜਾਵੇ, ਅਸੀਂ ਤੇਰੇ ਕੋਲ ਉਸ ਸਮੇਂ ਤੋਂ ਪਹਿਲਾਂ ਪਹੁੰਚ ਜਾਵਾਂਗੇ ਜਦੋਂ ਆਪਾਂ ਦੋਵਾਂ ਨੇ ਸੱਚਖੰਡ ਨੂੰ ਜਾਣਾ। ਆਹਾ ਆਨ ਮੈਂ ਤਿਆਗੋ ਪ੍ਰਾਨ। ਇੱਥੇ ਤੇਰੇ ਕੋਲ ਆਣ ਕੇ ਸੁੰਦਰ ਸ਼ਾਹ ਮੈਂ ਆਪਣੇ ਪ੍ਰਾਣ ਤਿਆਗਾਂਗਾ, ਮੈਂ ਵੀ ਇੱਥੇ ਆਣ ਕੇ ਸਰੀਰ ਛੱਡਾਂਗਾ। ਬੈਠੋ ਆਪ ਧਰੋ ਗੁਰ ਗਿਆਨ। ਆਂਦੇ ਵੀ ਆਪ ਜੀ ਦੇ ਨਾਲ ਬੈਠ ਕਰਕੇ ਇਸ ਪ੍ਰਕਾਰ ਜਦੋਂ ਵਾਅਦਾ ਹੋਇਆ ਨਾ ਇੱਥੇ ਆਣ ਕੇ, ਤੇ ਕਹਿੰਦੇ ਉਸੇ ਤਰ੍ਹਾਂ ਆਂਦੇ ਬੈਠੋ ਆਪ ਧਰੋ ਗੁਣ ਧਿਆਨ। ਹੁਣ ਤੁਸੀਂ ਉਹਨਾਂ ਚਿਰ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪਾ ਸਚ ਜੁਗਾ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇਹ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ, ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦੇ ਰਹਿਣਾ। ਸੁੰਦਰ ਸ਼ਾਹ ਜਪ ਨਹੀਂ ਛੱਡਣਾ ਉਹਨਾਂ ਚਿਰ। ਹੁਣ ਸਿਮਰਨ ਦੇ ਵਿੱਚ ਲੀਨ ਹੋ ਜਾਵੋ। ਸੁਨ ਆਨੰਦ ਬਹੁ ਸੁੰਦਰ ਸ਼ਾਹੋ। ਤੇ ਆਨੰਦ ਹੋ ਗਿਆ ਸੁੰਦਰ ਸ਼ਾਹ ਫਕੀਰ ਨੂੰ। ਮੰਦਤ ਵਿਧੀ ਚੰਦ ਪਦ ਪਾਹੋ। ਆਗਿਆ ਲੈ ਕਰਕੇ ਅਗਾਹ ਨੂੰ ਚਾਲਾ ਪਾ ਦਿੱਤਾ ਬਾਬਾ ਵਿਧੀ ਚੰਦ ਸਾਹਿਬ ਜੀ ਨੇ। ਅਬ ਮੈਂ ਕਾਜ ਗੁਰੂ ਕੋ ਜਾਵੋ। ਕਹਿੰਦੇ ਹੁਣ ਜਿਹੜਾ ਗੁਰੂ ਸਾਹਿਬ ਨੇ ਮੈਨੂੰ ਕਾਰਜ ਦੱਸਿਆ ਨਾ, ਉਹ ਕਾਰਜ ਕਰਨ ਵਾਸਤੇ ਮੈਂ ਅਗਾਹ ਨੂੰ ਜਾਣਾ ਹੈ। ਤਨ ਕੇ ਅੰਤ ਸਮੈ ਪੁਨ ਆਵੋ। ਅੰਤ ਸਮੇਂ ਮੈਂ ਤੇਰੇ ਕੋਲ ਪਹੁੰਚ ਜਾਵਾਂਗਾ। ਸੁਨ ਆਨੰਦ ਬਹੁ ਸੁੰਦਰ ਸ਼ਾਹੋ। ਆਨੰਦ ਚਿਤ ਹੋਇਆ ਸੁੰਦਰ ਸ਼ਾਹ। ਇਮ ਕੇ ਗਇਓ ਦੇਸ਼ ਦਿਸ ਮਾਹੀ। ਆਂਦੇ ਵੀ ਜਿਹੜੇ ਦੇਸ਼ ਨੂੰ ਜਾਣਾ ਸੀ ਨਾ ਮਨਾਕਪੁਰ ਨੂੰ, ਉਧਰ ਨੂੰ ਚਾਲਾ ਪਾਉਣਾ ਕੀਤਾ। ਗੁਰ ਸੰਗਤ ਪੱਤਰੀ ਪਠ ਜਾਹੀ। ਜਾ ਕਰਕੇ ਪਹੁੰਚੇ ਬਾਬਾ ਵਿਧੀ ਚੰਦ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਹੜੀ ਪੱਤਰਿਕਾ ਗਈ ਸੀ ਨਾ ਸਿੱਖਾਂ ਦੀ ਬੇਨਤੀ ਦੀ, ਉਹ ਪੱਤਰਿਕਾ ਜਾ ਕਰਕੇ ਉਹਨਾਂ ਸਿੱਖਾਂ ਨੂੰ ਦਿਖਾਉਣਾ ਕੀਤੀ। ਸਾਗਰ ਟਾਪੂ ਮੈਂ ਅਬਰਾਮ। ਤੇ ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੂਪ ਜਾਣ ਕੇ ਬੜੀ ਭਾਰੀ ਸੇਵਾ ਕੀਤੀ। ਪੁਰ ਪਿਖਿਓ ਰੂਪ ਜਿਸ ਮੋਰਾ। ਆਂਦੇ ਵੀ ਉਸ ਥਾਂ ਦੇ ਉੱਤੇ ਜਦੋਂ ਪਹੁੰਚੇ ਬਾਬਾ ਵਿਧੀ ਚੰਦ ਸਾਹਿਬ ਜੀ, ਪੁਰ ਮੈਂ ਨਾਕ ਤਾਹੇ ਕੋ ਨਾਮ। ਉਸ ਸ਼ਹਿਰ ਦਾ ਨਾਂ ਸੀ ਮਨਾਕਪੁਰ। ਮੈਂ ਇਹ ਬੇਨਤੀ ਕਰ ਦੇਵਾਂ, ਕਵੀ ਸੰਤੋਖ ਸਿੰਘ ਜੀ ਹੁੜਾ ਨੇ ਮਨਾਕਪੁਰ ਦਾ ਨਾਮ ਜਿਹੜਾ ਲਿਖਿਆ ਨਾ, ਦੋ ਪੱਖ ਦਿੱਤੇ ਵੀ ਇੱਕ ਅਸਾਮ ਦੇ ਲਾਗੇ ਤੇ ਇੱਕ ਸ਼੍ਰੀਲੰਕਾ। ਪਰ ਜਦੋਂ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਜਾਣ ਦੀ ਤਰਤੀਬ ਵੇਖੀ ਹੈ ਨਾ, ਵੀ ਜਦੋਂ ਯੂਪੀ ਨੂੰ ਗਏ, ਯੂਪੀ ਤੋਂ ਫਿਰ ਅਗਾਂਹ ਨੂੰ ਨਿਕਲੇ ਜਦੋਂ, ਤੇ ਅਸਾਮ ਪਾਸੇ ਨੂੰ ਨਿਕਲੇ ਸਨ। ਇਹ ਮਨਾਕਪੁਰ ਸ਼ਹਿਰ ਮੀਰੀ ਪੀਰ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਦਰ ਘਰ ਤੋਂ ਵਰਸਾਏ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਦੇ 12ਵੇਂ ਜਾਨਸ਼ੀਨ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਜਿਸ ਵੇਲੇ ਅਸਾਮ ਦੀ ਧਰਤੀ ਤੇ ਗਏ ਨਾ, ਤੇ ਉੱਥੇ ਇਹਨਾਂ ਨੇ ਫਿਰ ਪੁੱਛਦਿਆਂ ਪਛਾਉਂਦਿਆਂ ਇਹ ਮਨਾਕਪੁਰ ਪਹੁੰਚੇ ਸਨ। ਉਹ ਮਨਾਕਪੁਰ ਜਿਹੜਾ ਸ਼ਹਿਰ ਹੈ ਨਾ, ਉਹ ਹੁਣ ਚੀਨ ਦੀ ਹੱਦ ਦੇ ਵਿੱਚ ਆਉਂਦਾ। ਇਹ ਬਾਬਾ ਜੀ ਉਹਨਾਂ ਨੇ ਬਚਨ ਦੱਸਿਆ, ਕਹਿੰਦੇ ਉਹ ਚੀਨ ਦੀ ਹੱਦ ਦੇ ਵਿੱਚ ਆ ਗਿਆ। ਜਿਹੜੇ ਉੱਥੇ ਸਿੱਖ ਸੀ ਉਹ ਸਾਰੇ ਉਰਲੇ ਪਾਸੇ ਹਿੰਦੁਸਤਾਨ ਦੇ ਵਿੱਚ ਆਣ ਕੇ ਰਹਿੰਦੇ ਨੇ। ਜਾ ਕੇ ਮਿਲੇ ਬੜੇ ਪ੍ਰੇਮ ਦੇ ਨਾਲ ਉਹਨਾਂ ਸਿੱਖਾਂ ਨੂੰ। ਫਿਰ ਪਤਾ ਲੱਗਾ ਵੀ ਬਾਬਾ ਵਿਧੀ ਚੰਦ ਸਾਹਿਬ ਦੀ ਅੰਸ਼ ਬੰਸ ਬੜੀ ਸੇਵਾ ਵੀ ਕੀਤੀ ਸੀ। ਮੈਂ ਸਿੱਖਾਂ ਦੀ ਗਿਆਤ ਵਾਸਤੇ ਇਹ ਦੱਸ ਦੇਵਾਂ ਕਿ ਕਵੀ ਜੀ ਨੇ ਦੋ ਪੱਖ ਦੱਸੇ। ਇੱਕ ਸ਼੍ਰੀਲੰਕਾ ਨੂੰ ਲਿਖਿਆ ਗਿਆ ਕਿ ਮਨਾਕਪੁਰ, ਪਰ ਜਿਸ ਹਿਸਾਬ ਨਾਲ ਜਾ ਰਹੇ ਨੇ ਨਾ, ਉੱਥੋਂ ਦੀ ਤਰਤੀਬ ਇਸ ਪ੍ਰਕਾਰ ਦੱਸੀ ਜਾ ਰਹੀ ਆ। ਤੇ ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਇਸੇ ਪ੍ਰਕਾਰ ਦੱਸਿਆ ਵੀ ਮਨਾਕਪੁਰ ਇੱਕ ਹਿਮਾਲਿਆ ਦਾ ਪਰਬਤ ਆ, ਉਸ ਪਾਸੇ ਬਾਬਾ ਵਿਧੀ ਚੰਦ ਸਾਹਿਬ ਜੀ ਗਏ ਸਨ। ਠੰਡਾ ਸ਼ਹਿਰ ਹੈ, ਇੱਥੇ ਬਾਬਾ ਵਿਧੀ ਚੰਦ ਸਾਹਿਬ ਜੋ ਮਨਾਕਪੁਰ ਸ਼ਹਿਰ ਪਹੁੰਚੇ ਸਨ। ਹਾਂਜੀ, ਦਇਓ ਹੁਕਮਨਾਮਾ ਗੁਰ ਕੇਰਾ। ਜਿਹੜਾ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਭੇਜਣਾ ਕੀਤਾ, ਇਹੋ ਸਿੱਖ ਪਿਖਿਓ ਰੂਪ ਜਿਮ ਮੋਰਾ। ਕਹਿੰਦੇ ਵੀ ਉਹ ਹੁਕਮਨਾਮੇ ਵਿੱਚ ਲਿਖਿਆ ਸੀ ਸਿੱਖ ਸੰਗਤਾਂ ਨੂੰ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ
ਪੱਤਰਕਾ ਦੇ ਵਿੱਚ ਲਿਖਿਆ ਵੀ ਇਹ ਜਿਹੜਾ ਸਿੱਖ ਇਹ ਸਾਡਾ ਰੂਪ ਹੈ, ਸਾਡਾ ਰੂਪ ਕਰਕੇ ਇਹਨਾਂ ਨੂੰ ਜਾਣਿਓ ਤੇ ਇਹਨਾਂ ਦੀ ਸਾਡਾ ਰੂਪ ਕਰਕੇ ਸੇਵਾ ਕਰਿਓ। ਇਹ ਪੱਤਰਕਾ ਜਦੋਂ ਸਿੱਖਾਂ ਪੜ੍ਹੀ, ਸੁਨਤ ਆਨੰਦ ਭਏ ਸਿੱਖ ਸਾਰੇ, ਸਾਰੇ ਸਿੱਖ ਆਨੰਦ ਚਿੱਤ ਹੋ ਗਏ, ਬੜੇ ਖੁਸ਼ ਹੋਏ। ਦੇਦ ਉਪਾਇਨ ਬੰਧਨ ਧਾਰੇ, ਆਂਦੇ ਵੀ ਬਹੁਤ ਪ੍ਰੇਮ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਸਿੱਖ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਸੇਵਾ ਕੀਤੀ। ਸ੍ਰੀ ਗੁਰ ਹਰਗੋਬਿੰਦ ਮਨਿੰਦ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦਾ ਸਰੂਪ ਜਾਣ ਕੇ ਬਾਰ-ਬਾਰ ਸਿੱਖ ਸੰਗਤਾਂ ਨਮਸਕਾਰ ਕਰ ਰਹੀਆਂ ਸਨ। ਬੇਅੰਤ ਭੇਟਾਵਾਂ ਲਿਆ ਕਰਕੇ ਮਹਾਰਾਜ ਸਾਹਿਬ ਜੀ ਦੇ ਸਿੱਖ ਦੇ ਗਾੜੀ ਰੱਖ ਰਹੀਆਂ ਹਨ। ਬਿਧੀ ਚੰਦ ਕੋ ਮਾਨਹਿ ਬ੍ਰਿੰਦ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਦਾ ਰੂਪ ਜਾਣ ਕੇ ਸਾਰੀਆਂ ਜਿੰਨੀਆਂ ਵੀ ਭੇਟਾਵਾਂ ਸਨ ਅੱਗੇ ਰੱਖਣਾ ਕਰਨ ਲੱਗੇ। ਬਸਨ ਭੂਖਨ ਜਰੇ ਜਵਾਹਰ, ਹਾਂ, ਬੇਅੰਤ ਪ੍ਰਕਾਰ ਦੇ ਅੰਨ ਧਨ ਪਦਾਰਥ ਤੇ ਜਿਹੜੇ ਸੋਨਾ ਗਹਿਣਾ ਇਤਿਆਦਿਕ ਜੋ ਵੀ ਕਿਸੇ ਦੀ ਇੱਛਾ ਸੀ, ਜਿਹੜਾ ਮਨ ਦਾ ਫੁਰਨਾ ਸੀ, ਉਹ ਸਾਰੀਆਂ ਵਸਤੂਆਂ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਅਗਾਂਹ ਰੱਖਣ ਲੱਗੇ ਅਗਾੜੀ। ਜਬਰ ਅਜਾਇਤ ਜੇਬ ਸੋ ਜਾਹਰ, ਆਂਦੇ ਵੀ ਸੁੰਦਰ ਜਿਹੜੇ ਘੋੜੇ ਸਨ ਉਹ ਵੀ ਹਾਜ਼ਰ ਕਰਨਾ ਕੀਤੇ। ਭਾਂਤ ਭਾਂਤ ਕੇ ਭੋਜਨ ਭਾਵਤ, ਤੇ ਬੜੇ ਪ੍ਰੇਮ ਦੇ ਨਾਲ ਬਾਬਾ ਬਿਧੀ ਚੰਦ ਸਾਹਿਬ ਜੀ ਇਹਨਾਂ ਸਿੱਖਾਂ ਨੇ ਸੇਵਾ ਕੀਤੀ। ਭਾਂਤ ਭਾਂਤ ਦੇ ਪਦਾਰਥ ਭੋਜਨ ਇਤਿਆਦਿਕ ਰੋਜ਼ਾਨਾ ਸੇਵਾਵਾਂ ਲੈ ਲਈਆਂ ਸਿੱਖਾਂ ਨੇ ਵੀ ਅੱਜ ਮੇਰੇ ਵੱਲੋਂ ਮੇਰੇ ਗ੍ਰਹਿ ਤੋਂ ਛਕਣਾ, ਅੱਜ ਮੇਰੇ ਗ੍ਰਹਿ ਤੋਂ ਛਕਣਾ। ਇਸ ਪ੍ਰਕਾਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਬੇਨਤੀ ਕਰਦੇ ਗਏ ਗੁਰੂ ਸਾਹਿਬ ਜੀ ਦਾ ਸਰੂਪ ਜਾਣ ਕੇ। ਪ੍ਰੇਮ ਭਾਉ ਤੇ ਭਲੇ ਅਚਾਵਤ, ਤੇ ਪ੍ਰੇਮਾ ਭਗਤੀ ਦੇ ਵਿੱਚ ਆਣ ਕਰਕੇ ਬੜੇ ਚਾਅ ਦੇ ਨਾਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੀਆਂ ਸੇਵਾਵਾਂ ਕਰ ਰਹੇ ਸਨ। ਰੈਣ ਦਿਵਸ ਆਇਓ ਮਹਿ ਰਹਿ, ਰਾਤ ਦਿਨੇ ਜਿਹੜੀਆਂ ਸਿੱਖ ਸੰਗਤਾਂ ਸੀ ਨਾ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਤੇ ਸੇਵਾਵਾਂ ਕਰਦੀਆਂ, ਬੇਅੰਤ ਵਰ ਲੈਂਦੀਆਂ। ਬਾਂਛਤ ਹਿਰਦੈ ਮਨੋਰਥ ਲਹੈ, ਜਿਹੜੀ ਵੀ ਮਨ ਦੀ ਭਾਵਨਾ ਹੁੰਦੀ ਆਣ ਕਰਕੇ ਬੇਨਤੀ ਕਰਦੇ, ਮਨ ਭਾਉਂਦੇ ਫਲ ਪ੍ਰਾਪਤ ਕਰਦੀਆਂ ਸਿੱਖ ਸੰਗਤਾਂ। ਗੁਰਬਾਣੀ ਪੜ ਅਰਥ ਸਮੇਤ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਜਿਹੜੇ ਸ਼ਸਤਰ ਤੇ ਸ਼ਾਸਤਰ ਦੇ ਧਨੀ ਵਿਦਿਆ ਮਾਰਤੰਡ ਸਨ। ਜਿਸ ਪ੍ਰਕਾਰ ਇਹਨਾਂ ਨੇ ਆਪਣਾ ਇੱਕ ਸੁੰਦਰ ਆਪਣੇ ਹੱਥੀਂ ਸਰੂਪ ਵੀ ਲਿਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਮਹਾਰਾਜ ਸਾਹਿਬ ਜੀ ਦਾ ਇਹ ਜਿਹੜਾ ਸਰੂਪ ਹੈ ਤੇ ਬਿਲਾਵਲ ਰਾਗ ਤੱਕ ਇਹ ਸਰੂਪ ਲਿਖਿਆ, ਭਗਤ ਸਦਨਾ ਜੀ ਦੀ ਬਾਣੀ ਤੱਕ ਲਿਖਿਆ ਹੋਇਆ ਹੈ। ਆਂਦੇ ਵੀ ਬਾਬਾ ਬਿਧੀ ਚੰਦ ਸਾਹਿਬ ਜੀ ਸਾਰਿਆਂ ਨੂੰ ਗੁਰਬਾਣੀ ਦੇ ਹੁਕਮਨਾਮਿਆਂ ਦੀ ਕਥਾ ਸੁਣਾਉਂਦੇ ਤੇ ਸਮੁੱਚੀਆਂ ਸਿੱਖ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਜਾਣ ਕੇ, ਹੁਕਮ ਮੰਨ ਕਰਕੇ ਬੇਅੰਤ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਸਨ। ਬਿਧੀ ਚੰਦ ਉਪਦੇਸ਼ ਸੋ ਦੇਤ, ਜਿਹੜਾ ਉਪਦੇਸ਼ ਲੈਣ ਆਉਂਦਾ ਉਹਨਾਂ ਨੂੰ ਉਪਦੇਸ਼ ਦਿੰਦੇ ਬਾਬਾ ਬਿਧੀ ਚੰਦ ਸਾਹਿਬ ਜੀ। ਗੁਰ ਮਹਿਮਾ ਸਿਮਰਤ ਸਤਨਾਮੋ, ਕਹਿੰਦੇ ਗੁਰੂ ਦੀ ਮਹਿਮਾ ਜਪੋ। ਉਪਦੇਸ਼ ਕੀ ਦਿੰਦੇ? ਕਹਿੰਦੇ ਗੁਰੂ ਦੀ ਮਹਿਮਾ ਦੇ। ਉਹ ਕੀ ਕਹਿੰਦੇ? ਸਤਨਾਮ ਸ੍ਰੀ ਵਾਹਿਗੁਰੂ। ਇਹੋ ਹੀ ਮਹਿਮਾ ਸਾਰੀ ਸੱਚੇ ਪਾਤਸ਼ਾਹ ਜੀ ਦੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਨਿਚੋੜ ਹੈ, ਅਰਕ ਹੈ, ਉਹ ਕੀ ਹੈ? ਵਾਹਿਗੁਰੂ ਵਾਹਿਗੁਰੂ। ਉਹ ਸਿਮਰਨ ਕਹਿੰਦੇ ਇਹ ਉਪਦੇਸ਼ ਦੇਣਾ ਕਰ ਰਹੇ ਹਨ ਬਾਬਾ ਬਿਧੀ ਚੰਦ ਜੀ ਸੰਗਤਾਂ ਨੂੰ। ਹਉ ਮੈਂ ਤਿਆਗਨ ਮਨ ਬਿਸਰਾਮੂ, ਹਾਂ, ਜਦੋਂ ਉਪਦੇਸ਼ ਦਿੰਦੇ ਤੇ ਨਾਲ ਬਿਰਤੀਆਂ ਸੁਰਤੀਆਂ ਨੂੰ ਕਹਿੰਦੇ ਇਕਾਗਰ ਕਰਨਾ। ਇਕਾਗਰ ਕਰਕੇ ਮਨ ਨੂੰ ਹਉਮੈ ਦੇ ਵਿੱਚ ਨਹੀਂ ਜਾਣ ਦੇਣਾ, ਹੰਕਤਾ ਦੇ ਵਿੱਚ ਨਹੀਂ ਜਾਣ ਦੇਣਾ। ਅਰਦਾਸ ਕਰਨੀ, ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਿਓ ਮਨ ਦੇ ਵਿੱਚ ਹੰਕਾਰ ਨਾ ਆਵੇ। ਨਿਮਰਤਾ ਦੇ ਨਾਲ ਪਰਮੇਸ਼ਰ ਦੀ ਬੰਦਗੀ ਕਰਨੀ। ਇਹ ਨਹੀਂ ਵੀ ਜਾਪ ਕਰਕੇ ਤੇ ਮਨ ਦੇ ਵਿੱਚ ਇਹ ਸੋਚ ਲੈਣਾ ਵੀ ਮੈਂ ਇੰਨਾ ਜਾਪ ਕਰ ਲਿਆ, ਉਹ ਵੀ ਹੰਕਾਰ ਹੋ ਗਿਆ, ਸੂਖਮ ਮਾਤਰ ਹੰਕਾਰ ਹੋ ਗਿਆ ਤੇ ਹੰਕਾਰ ਭੁਰਾ ਵੀ ਮਾੜਾ। ਇਸ ਪ੍ਰਕਾਰ ਬਾਰ-ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਦ੍ਰਿੜ ਕਰਵਾਉਂਦੇ ਬਾਬਾ ਬਿਧੀ ਚੰਦ ਜੀ। ਦਇਆ ਖਿਮਾ ਸੁਚ ਸੰਜਮ ਧੀਰਜ, ਕਹਿੰਦੇ ਵੀ ਸੱਚੇ ਮਾਰਗ ਦੇ ਉੱਤੇ ਚੱਲਣ ਵਾਸਤੇ ਜਿਹਦੇ ਵਿੱਚ ਧੀਰਜ ਆ ਜਾਵੇ, ਸਰੀਰ ਨੂੰ ਸਥਿਰਤਾ ਮਿਲ ਜਾਵੇ, ਉਹਦੇ ਵਿੱਚ ਕਹਿੰਦੇ ਗੁਣ ਕਿਹੜੇ ਹੋਣੇ ਚਾਹੀਦੇ? ਕਹਿੰਦੇ ਦਇਆ, ਖਿਮਾ, ਸੁਚਮਤਾਈ, ਸੰਜਮ, ਟਿਕਾਊ, ਇਕਾਗਰਤਾ। ਕਾਲਾਪਣ ਨਾ ਹੋਵੇ। ਜੇ ਕਾਲਾਪਣ ਤੇ ਫਿਰ ਖੇਡ ਨਹੀਂ ਬਣਨੀ, ਫਿਰ ਗੱਲ ਵਿਗੜ ਜਾਵੇਗੀ। ਜੇ ਸੁਚਮਤਾਈ ਨਾ ਹੋਈ ਤੇ ਫਿਰ ਖੇਡ ਵਿਗੜ ਜਾਵੇਗੀ। ਝੂਠ ਮੀਠ ਨਹੀਂ ਨਾ ਖਾਣੀ। ਤੇ ਜੇ ਖਿਮਾ ਨਾ ਰਹੀ ਕਿਸੇ ਦੇ ਅੰਦਰ, ਵੀ ਕਿਸੇ ਨੇ ਕੋਈ ਗੱਲ ਕਰ ਦਿੱਤੀ, ਛੇਤੀ ਨਾ ਅਗਲੇ ਨੂੰ ਮਾੜਾ ਚੰਗਾ ਨਹੀਂ ਬੋਲਣਾ, ਖਿਮਾ ਕਰਨੀ, ਕੋਈ ਗੱਲ ਨਹੀਂ, ਜੇ ਹੋ ਗਈ ਗੱਲ ਤਾਂ ਠੀਕ। ਇਹ ਗੁਣ ਹੋਣੇ ਚਾਹੀਦੇ ਸਿੱਖ ਦੇ ਵਿੱਚ। ਮਹਾਰਾਜ ਕਹਿੰਦੇ ਦਇਆ ਹੋਣੀ ਚਾਹੀਦੀ, ਖਿਮਾ ਹੋਣੀ ਚਾਹੀਦੀ, ਸੋਚ ਹੋਣਾ ਚਾਹੀਦਾ, ਸੰਜਮ ਹੋਣਾ ਚਾਹੀਦਾ। ਇਸ ਪ੍ਰਕਾਰ ਕਹਿੰਦੇ ਇਹ ਜਿਹੜੀਆਂ ਵਸਤੂਆਂ ਨੇ ਨਾ, ਇਹ ਹਿਰਦੇ ਦੇ ਵਿੱਚ ਧਾਰਨ ਕਰਨਾ ਕਰੋ। ਧਰਮ ਪਰਾਇਣ ਸਾਚ ਸੋ ਧੀਰਜ, ਹਾਂ, ਧਰਮ ਪਰਾਇਣ ਕਹਿੰਦੇ ਸਾਚ ਸੋ ਵੀਰਜ। ਕਹਿੰਦੇ ਇਹ ਜਿਹੜਾ ਧਰਮ
ਧੌਲ ਤੇ ਧਰਮ ਦਇਆ ਕਾ ਪੂਤ। ਇਹ ਧਰਮ ਜਿਹੜਾ ਨਿਆ ਇਹ ਦਇਆ ਦਾ, ਦਇਆ ਤੇ ਧਰਮ ਜਿੰਨਾ ਚਿਰ ਬੰਦੇ ਦੇ ਵਿੱਚ ਨਹੀਂ ਨਾ ਆਵੇਗੀ ਉਹਨਾਂ ਚਿਰ ਅਗਾਂਹ ਦੀ ਪ੍ਰਾਪਤੀ ਹੋਣੀ ਔਖੀ ਹੋ ਜਾਵੇਗੀ। ਇਹ ਦੋਵੇਂ ਚੀਜ਼ਾਂ ਇਕੱਠੀਆਂ ਹੋਣਗੀਆਂ, ਦਇਆ ਤੇ ਧਰਮ, ਫਿਰ ਸਿੱਖ ਨੂੰ ਵੱਡੀਆਂ ਬਖਸ਼ਿਸ਼ਾਂ ਦੀ ਪ੍ਰਾਪਤ ਹੁੰਦੀ, ਫਿਰ ਇਕਾਗਰਤਾ ਵੱਜਦੀ, ਸੁਰਤ ਟਿਕਦੀ, ਫਿਰ ਸਿੱਖ ਭਾਵੇਂ 1 ਘੰਟਾ ਬਹਿ ਜੇ, ਭਾਵੇਂ 1 ਦਿਨ ਵੀ ਬਹਿ ਸਕਦਾ। ਇਹ ਵੱਡੀ ਸੁਰਤ ਦੀ ਬਰਕਤ ਪੈਂਦੀ ਜਾਂਦੀ, ਸਹਿਜੇ ਸਹਿਜੇ ਇਹ ਸੁਭਾਅ ਬਣ ਜਾਂਦਾ। ਗੁਰੂ ਸਾਹਿਬ ਸਹਿਜੇ ਸਹਿਜੇ ਬਰਕਤ ਪਾਉਂਦੇ। ਜੇ ਕੋਈ ਕਾਲਾ ਕਵੇ ਵੀ ਮੈਨੂੰ ਹੁਣੇ ਰੱਬ ਮਿਲ ਜਾਵੇ, ਇਸ ਤਰ੍ਹਾਂ ਨਹੀਂ, ਸਹਿਜੇ ਸਹਿਜੇ ਬਰਕਤ ਪੈਂਦੀ। ਆਰਾਮ ਦੇ ਨਾਲ ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਜਿਸ ਪ੍ਰਕਾਰ ਘੜਾ ਹੁੰਦਾ, ਘੜਾ ਤੇ ਕੱਚਾ ਹੁੰਦਾ, ਘੜੇ ਨੂੰ ਪੱਥਰ ਦੇ ਉੱਤੇ ਰੱਖਣਾ ਸ਼ੁਰੂ ਕਰ ਦਿਓ। ਜਦੋਂ ਪੱਥਰ ਦੇ ਉੱਤੇ ਰੱਖੋਗੇ ਨਾ, ਕੱਚਾ ਘੜਾ ਪੱਥਰ ਦੇ ਉੱਤੇ ਘਿਸ ਘਿਸ ਕੇ ਥੋੜੇ ਸਮੇਂ ਦੇ ਵਿੱਚ ਇੱਕ ਆਪਣਾ ਸਥਾਨ ਬਣਾ ਲੈਂਦਾ। ਇੱਕ ਕੱਚਾ ਭਾਂਡਾ ਪੱਥਰ ਨੂੰ ਵੀ ਖੋਰ ਦਿੰਦਾ, ਤੇ ਇੱਕ ਕਠੋਰ ਹਿਰਦੇ ਨੂੰ ਖੋਰਨਾ ਪਵੇਗਾ। ਇਹ ਕਾਲੇ ਹਿਰਦੇ ਨੂੰ ਚਿੱਟਾ ਕਰਨ ਵਾਸਤੇ, ਇਹ ਮਨ ਦੀ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ, ਵਿਕਾਰਾਂ ਨੂੰ ਟਿਕਾਉਣ ਵਾਸਤੇ ਬਾਰ-ਬਾਰ ਅਰਦਾਸ ਤੇ ਬਾਰ-ਬਾਰ ਅਭਿਆਸ, ਇਹ ਸਿੱਖ ਦੀ ਬਿਰਤੀ ਹੋਣੀ ਚਾਹੀਦੀ। ਜੇ ਇਹ ਦੋਵੇਂ ਚੀਜ਼ਾਂ ਨੂੰ ਬੰਨ੍ਹ ਲਊਗਾ ਪੱਲੇ ਸਿੱਖ, ਤੇ ਉਹਦੀ ਛੇਤੀ ਅਵਸਥਾ ਦੇ ਵਿੱਚ ਖੇਡ ਬਣਨੀ ਸ਼ੁਰੂ ਹੋ ਜਾਵੇ। ਸਹਿਜੇ ਸਹਿਜੇ ਇਕਾਗਰਤਾ ਵੱਧਦੀ ਜਾਵੇਗੀ। ਸਮਾਂ 5 ਮਿੰਟ ਤੋਂ 5 ਘੰਟਿਆਂ ਤੱਕ ਪਹੁੰਚਣ ਲੱਗਿਆ ਪਤਾ ਨਹੀਂ ਲੱਗਦਾ, ਕਿਉਂਕਿ ਗੁਰੂ ਤਰੁੱਠ ਜਾਂਦੇ ਨੇ, ਗੁਰੂ ਕਿਰਪਾ ਕਰ ਦਿੰਦੇ ਹਨ। ਹਾਂਜੀ, ਸਦਾ ਗੁਰੂ ਕੇ ਰਹੇ ਭਰੋਸ। ਹਾਂ, ਕਦੇ ਕਾਲਾ ਨਹੀਂ ਰੱਖਣਾ, ਭਰੋਸਾ ਰੱਖਣਾ। ਜੇ ਕਿਸੇ ਚੀਜ਼ ਦੀ ਲੋੜ ਆਪ ਨਾ ਦੇਵੋ ਤਾਂ ਲੇਵੋ ਮੰਗੇ। ਵੀ ਸੱਚੇ ਪਾਤਸ਼ਾਹ ਸ਼ੁਭ ਗੁਣਾਂ ਦੇ ਨਾਲ, ਮਾੜੀ ਵਸਤੂ ਨਹੀਂ, ਵੀ ਸੱਚੇ ਪਾਤਸ਼ਾਹ ਆਪ ਜੀ ਦਾ ਸਿੱਖ ਹਾਂ, ਥੋੜ੍ਹਾ ਬਹੁਤਾ ਮਾਇਆ ਤੋਂ ਹੱਥ ਤੰਗ ਕਿਰਪਾ ਕਰਿਓ ਮਹਾਰਾਜ, ਮੇਰਾ ਕਾਰਜ ਰਾਸ ਕਰਿਓ। ਗੁਰੂ ਸਾਹਿਬ ਬੇਨਤੀ ਸੁਣ ਲੈਂਦੇ ਤੇ ਸਿੱਖ ਦੇ ਉੱਤੇ ਦਇਆ ਕਰਦੇ, ਕੋਈ ਨਾ ਕੋਈ ਵਿਧੀ ਵਿਧਾਨ ਬਣਾ ਦਿੰਦੇ। ਮਹਾਰਾਜ ਸਾਹਿਬ ਮੇਰੇ ਕੋ ਪੁੱਤ ਦੀ ਦਾਤ ਨਹੀਂ, ਤੁਸੀਂ ਤਰਸ ਕਰੋ, ਝੋਲੀ ਅੱਡ ਕੇ ਬੇਨਤੀ ਕਰਨੀ ਵੀ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਤੇਰੇ ਘਰ ਕੋਈ ਘਾਟਾ ਨਹੀਂ। ਤੇ ਗੁਰੂ ਕਲਗੀਧਰ ਪਿਤਾ ਗੁਰੂ ਨਾਨਕ ਸਾਹਿਬ ਸਿੱਖ ਦੀ ਝੋਲੀ ਦੇ ਵਿੱਚ ਪੁੱਤ ਦੀ ਦਾਤ ਦੇ ਦਿੰਦੇ, ਦੁੱਧ ਦੀ ਲੋੜ ਦੁੱਧ ਦੀ ਦਾਤ ਦੇ ਦਿੰਦੇ। ਮਹਾਰਾਜ ਸੱਚੇ ਪਾਤਸ਼ਾਹ ਪ੍ਰਾਣ ਕੇ ਬਚਈਆ, ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਿਟਈਆ, ਕਿਦੋਂ ਮਾਨੀ ਮਹਾਮਾਰੀ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਤੇ ਕਹਿੰਦੇ ਪੂਰਨ ਭਰੋਸਾ ਹੋਣਾ ਚਾਹੀਦਾ। ਇਤਿਆਦਿਕ ਗੁਣ ਸਕਲ ਬਤਾਏ। ਇਤਿਆਦਿਕ ਹੋਰ ਬੇਅੰਤ ਗੁਣ ਦੇਣਾ ਕੀਤੇ ਭਗਤੀ ਮਾਰਗ ਤੇ ਚੱਲਣ ਵਾਸਤੇ। ਮਨ ਵਿਕਾਰ ਦੁੱਧ ਧਾਤ ਹਟਾਏ। ਆਂਦੇ ਵੀ ਮਨ ਦੇ ਵਿੱਚ ਕਿਸੇ ਵੇਲੇ ਵੀ ਵਿਕਾਰ ਪੈਦਾ ਹੋਣ, ਗੁਰਮਤਿ ਸਿੱਖਣ ਮੈਂ ਉਪਜਾਈ। ਗੁਰੂ ਦਾ ਉਪਦੇਸ਼ ਸੁਣ ਕੇ ਇਹਨਾਂ ਨੂੰ ਹਟਾਉਣਾ ਕਰ। ਗੁਰਮਤਿ ਤੇ ਸਿੱਖੀ ਦਾ ਉਪਦੇਸ਼ ਜਿਹੜਾ ਇਹਨੂੰ ਹਿਰਦੇ ਦੇ ਵਿੱਚ ਇਹ ਬੀਜਣਾ ਕਰ। ਦੁਰਮਤਿ ਮਤ ਸਰਿਆਦ ਮਟਾਈ। ਜਿਹੜਾ ਗੁਰੂ ਦੀ ਮੱਤ ਦੇ ਅਨੁਸਾਰ ਚੱਲੇਗਾ ਸਿੱਖ, ਉਹਦੇ ਵਿੱਚ ਜਿਹੜਾ ਬੀਜ ਜਿਹੜਾ ਪ੍ਰਫੁੱਲਤ ਹੋਵੇਗਾ ਸ਼ੁਭ ਗੁਣਾਂ ਦਾ, ਤੇ ਦੁਰਮਤ ਜਿਹੜੀ ਹੈ ਉਹ ਮਤ ਸਰ ਮਾੜੀ ਮਤ ਨੂੰ ਜਿਹੜੀ ਹੈ ਪ੍ਰਗਟ ਕਰਦੀ। ਜਦੋਂ ਗੁਰੂ ਦੀ ਮਤ ਅੰਦਰ ਧਾਰਨ ਹੋ ਜਾਵੇ ਤੇ ਮਾੜੀ ਮਤ ਸਾਰੀ ਜਿਹੜੀ ਖਤਮ ਹੋ ਜਾਵੇਗੀ, ਮਿਟ ਜਾਵੇਗੀ। ਰੋਜ਼ਾਨਾ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਨਮਸਕਾਰ ਕੀਤਿਆਂ, ਰੋਜ਼ਾਨਾ ਸਤਿਗੁਰੂ ਸਾਹਿਬ ਜੀ ਦੇ ਬਾਰ-ਬਾਰ ਨਮਸਕਾਰ ਕੀਤਿਆਂ, ਮੱਥਾ ਲਾ ਕੇ ਮੱਥਾ ਟੇਕਣਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ, ਮੱਥਾ ਰਗੜਨਾ, ਹੱਥ ਦੋਵੇਂ ਤਲੀਆਂ ਸਤਿਗੁਰੂ ਸਾਹਿਬ ਜੀ ਦੇ ਚਰਨ ਜਾਣ ਕੇ, ਜਿੱਥੇ ਵੀ ਆਪਣੇ ਦੋਵੇਂ ਹੱਥ ਰੱਖਣੇ ਉੱਥੇ ਸਤਿਗੁਰੂ ਸਾਹਿਬ ਜੀ ਦੇ ਚਰਨ ਜਾਣਨੇ ਵੀ ਮਹਾਰਾਜ ਤੁਹਾਡੇ ਚਰਨਾਂ ਨੂੰ ਨਮਸਕਾਰ। ਭਾਵਨਾ ਰੱਖ ਕੇ ਮੱਥਾ ਟੇਕਣਾ ਤੇ ਬੰਦੇ ਦੇ ਭਾਗ ਸਿੱਧੇ ਹੁੰਦੇ ਹੌਲੀ ਹੌਲੀ, ਸਹਿਜੇ 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 ਸਹਿਜੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਾਬਾ ਬਿਧੀ ਚੰਦ ਜੀ ਸਿੱਖਾਂ ਨੂੰ ਉਪਦੇਸ਼ ਦੇ ਕਰਕੇ ਮਹਿਮਾ ਦਰਸਾ ਰਹੇ ਹਨ ਪਰਮੇਸ਼ਰ ਦੀ। ਕਰ ਕਰ ਬਿਨੈ ਮਾਸ ਇੱਕ ਰਾਖਾ। ਆਂਦੇ ਬੇਨਤੀ ਕਰਦਿਆਂ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ 1 ਮਹੀਨਾ ਸਮਾਂ ਲੰਘ ਗਿਆ। ਅਸਨ ਅਚਾਏ ਬਦਲ ਬਹੁ ਭਾਖਾ। ਵੀ ਇੱਥੇ ਰਹੋ, ਅੱਜ ਵੀ ਰਹੋ, ਅੱਜ ਵੀ ਰਹੋ। ਰੋਜ਼ ਬੇਨਤੀ ਕਰ ਕਰਕੇ ਬਾਬਾ ਬਿਧੀ ਚੰਦ ਸਾਹਿਬ ਨੂੰ ਕਹਿੰਦੇ ਰਹਿੰਦੇ 1 ਮਹੀਨਾ ਹੋ ਗਿਆ ਸੀ, ਜਿਸ ਵੇਲੇ ਗਮਨ ਹੇਤ ਬਹੁ ਬਾਰ ਉਚਰਿਓ। ਬੜੀ ਵਾਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਬੇਨਤੀ ਕੀਤੀ। ਬੇਅੰਤ ਪ੍ਰਕਾਰ ਦੇ ਨਾਲ ਪਦਾਰਥਾਂ ਦੇ ਨਾਲ ਸੇਵਾ ਕਰਦੇ ਸਨ, ਪਰ ਬਾਬਾ ਬਿਧੀ ਚੰਦ ਜੀ ਕਹਿੰਦੇ ਵੀ ਹੁਣ ਅਸੀਂ ਜਾਣਾ, ਸਾਨੂੰ ਆਗਿਆ ਦੇਵੋ। ਸੰਗਤ ਤਬਹਿ ਬਿਰਜਨ ਕਰਿਓ। ਤੇ ਸਾਰੀ ਸੰਗਤ ਕਹਿੰਦੇ ਮੈਨੂੰ ਰਲ ਕਰਕੇ ਛੁੱਟੀ ਦੇਵੋ, ਮੈਂ ਤੁਰਾਂ। ਕਹਿੰਦੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਸੰਗਤ ਵੱਲੋਂ ਜਦੋਂ ਆਗਿਆ ਹੋਈ, ਅਰਪੇ ਐ ਜਹ ਕੀਮਤ ਧਾਰੇ। ਆਂਦੇ ਇਹ ਜਿੰਨੀਆਂ ਵੀ ਬਖਸ਼ਿਸ਼ਾਂ ਜਿਹੜੀਆਂ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਭੇਟਾ ਕੀਤੀਆਂ, ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਆਂਦੇ ਕਾਰ ਭੇਟਾਂ ਨੇ, ਸਾਰੀਆਂ ਦੀਆਂ ਸਾਰੀਆਂ ਸੰਗ ਦਾਸ ਦੀਨ ਰਖਵਾਰੇ। ਇਹਨਾਂ ਵਾਸਤੇ
ਦੋ ਚਾਰ ਸਿੱਖ ਵੀ ਨਾਲ ਭੇਜੋ, ਜਿਹੜੇ ਨਾਲ ਰੱਖਿਆ ਕਰਨ, ਜਿਹੜੇ ਨਾਲ ਪਹੁੰਚ ਜਾਣ ਸਾਡੇ। ਬਹੁ ਸਮਾਜ ਲੈ ਚੜਵੋ ਜਹਾਜੂ। ਆਂਦੇ ਸਾਰਾ ਸਮਾਨ ਲੈ ਕਰਕੇ ਇੱਕ ਵੱਡੇ ਜਹਾਜ਼ ਦੇ ਉੱਤੇ ਚਾੜ ਦਿੱਤਾ। ਆਇਓ ਉਤਰ ਕਰੇ ਗੁਰ ਕਾਜੂ। ਤੇ ਆਣ ਕਰਕੇ ਜਦੋਂ ਕਹਿੰਦੇ ਪਹੁੰਚੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ, ਕੀਰਤਪੁਰ ਮਹਿ ਆਠ ਪ੍ਰਵੇਸ਼ਾ। ਜਿਸ ਵੇਲੇ ਕੀਰਤਪੁਰ ਦੀ ਧਰਤੀ ਤੇ ਪ੍ਰਵੇਸ਼ ਕੀਤਾ ਬਾਬਾ ਬਿਧੀ ਚੰਦ ਸਾਹਿਬ ਜੀ ਨੇ, ਜਿੱਥੇ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਿਰਾਜਮਾਨ ਸਨ, ਅਗਰ ਉਪਾਇਨ ਕੀਨ ਸ਼ੇਸ਼ਾ। ਆਣ ਕਰਕੇ ਨਮਸਕਾਰ ਕੀਤੀ, ਵੰਦਨਾ ਕੀਤੀ, ਬੇਅੰਤ ਬਖਸ਼ਿਸ਼ਾਂ ਲੈਣੀਆਂ ਕੀਤੀਆਂ। ਪਰਿਓ ਚਰਨ ਪਰ ਬੰਦਨ ਠਾਨੀ। ਜਦੋਂ ਐ ਨਿਮਰਤਾ ਸਹਿਤ ਬੇਨਤੀ ਕੀਤੀ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਰਸਨਾ ਕੀਤੇ। ਮੁਖ ਮੁਸਕਾਏ ਦੇਖ ਕਹਿ ਬਾਨੀ। ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਵੇਖ ਕੇ ਬੜੇ ਖੁਸ਼ ਹੋਏ। ਬਿਧੀ ਚੰਦ ਜਨਮ ਧਨ ਜਗ ਭਇਓ ਤੁਹਾਰਾ। ਕਹਿੰਦੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਕਹਿੰਦੇ ਬਿਧੀ ਚੰਦ ਜੀ ਤੁਹਾਡਾ ਜਨਮ ਧਨ ਹੈ। ਤੁਸੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਆਪਣਾ ਸਾਰਾ ਜੀਵਨ ਨਿਸ਼ਕਾਮ ਸੇਵਾ ਕਰਕੇ ਸਤਿਗੁਰੂ ਸਾਹਿਬ ਦੀਆਂ ਵੱਡੀਆਂ ਬਖਸ਼ਿਸ਼ਾਂ ਲਈਆਂ ਹਨ। ਰਹਿਓ ਸੁਧਾਰਤ ਗੁਰ ਘਰ ਕਾਰਾ। ਤੇ ਸਾਰਾ ਜੀਵਨ ਜਿਹੜਾ ਹੈ ਗੁਰੂ ਘਰ ਦੇ ਕਾਰਜਾਂ ਵਾਸਤੇ, ਸੇਵਾਵਾਂ ਵਾਸਤੇ ਲਾ ਦਿੱਤਾ। ਬਿਧੀ ਚੰਦ ਆਨੰਦ ਬਿਲੰਦੇ। ਬਾਬਾ ਬਿਧੀ ਚੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸੁਣ ਕੇ ਬੜੇ ਆਨੰਦ ਬੁਲੰਦ ਹੋਏ। ਪਰਸ ਪਦਾਰ ਬਿੰਦ ਕਰ ਬੰਦੇ। ਆਂਦੇ ਪਏ ਸਾਰੇ ਪਦਾਰ ਬਿੰਦ ਜਿੰਨੇ ਵੀ ਲਿਆਂਦੀਆਂ ਸੀ ਨਾ ਵਸਤੂਆਂ, ਸਾਰੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਾੜੀ ਲਿਆਉਣੀਆਂ ਕੀਤੀਆਂ। ਇਹੋ ਸਭ ਰਾਵਰ ਕੀ ਬਹੁ ਕਰਨਾ। ਆਂਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਪਰਸ ਕਰਕੇ ਨਾ ਬਾਬਾ ਬਿਧੀ ਚੰਦ ਜੀ ਕਹਿੰਦੇ ਸੱਚੇ ਪਾਤਸ਼ਾਹ ਇਹ ਤਾਂ ਤੁਹਾਡੇ ਚਰਨਾਂ ਦੀ ਮੈਂ ਰਿਹਾ, ਤੁਹਾਡੀ ਕਿਰਪਾ ਦੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਸੇਵਾ ਕਰ ਸਕਿਆ। ਤੁਹਾਡੀ ਕਿਰਪਾ ਨਾ ਹੁੰਦੀ ਤੇ ਮੈਂ ਸੇਵਾ ਕਰ ਹੀ ਨਹੀਂ ਸੀ ਸਕਣੀ। ਇਹ ਵਾਕਿਆ ਗੁਰੂ ਕਿਰਪਾ ਕਰੇ ਤੇ ਗੁਰੂ ਨਾਨਕ ਦੇ ਚਰਨਾਂ ਦੀ ਸੇਵਾ ਹੋ ਸਕਦੀ, ਨਹੀਂ ਤੇ ਕੋਈ ਹੰਕਾਰਵਾਚ ਹੋਵੇ ਆਉਣ ਦੀ ਕੋਸ਼ਿਸ਼ ਵੀ ਕਰੇ, ਬਾਹਰੋਂ ਦਲੀਜ ਨਹੀਂ ਟੱਪਣ ਦੇਣੀ ਮਹਾਰਾਜ ਨੇ, ਖੇਡ ਹੀ ਇਹੋ ਜਿਹੀ ਵਰਤਾ ਦੇਣੀ। ਇਹ ਸਤਿਗੁਰੂ ਦੀ ਕਲਾ ਹੈ, ਇਹ ਗੁਰੂ ਦੀ ਵਡਿਆਈ ਹੈ। ਜੇ ਅੱਜ ਆਪਾਂ ਗੁਰੂ ਸਾਹਿਬ ਦੀ ਗੋਦ ਵਿੱਚ ਬੈਠੇ ਸਾਰੇ ਕਥਾ ਸਰਵਣ ਕਰ ਰਹੇ ਹਾਂ ਤੇ ਇਹ ਵੱਡੀ ਮਹਿਮਾ, ਵੱਡੀ ਬਖਸ਼ਿਸ਼। ਇਸੇ ਪ੍ਰਕਾਰ ਬਾਬਾ ਬਿਧੀ ਚੰਦ ਨੇ ਬੇਨਤੀ ਕੀਤੀ, ਸਤਿਗੁਰੂ ਇਹ ਜਿੰਨੀ ਵਡਿਆਈ ਆਪ ਜੀ ਦੀ ਹੈ, ਆਪ ਜੀ ਦੀ ਮਹਿਮਾ ਹੈ ਸਾਰੀ। ਦਾਸ ਦੀਨ ਨੇ ਕਿਆ ਹੈ ਕਰਨਾ। ਮਹਾਰਾਜ ਮੈਨੂੰ ਕੌਣ ਜਾਣਦਾ, ਸਾਰੇ ਤੁਹਾਨੂੰ ਜਾਣਦੇ। ਤੁਹਾਡੇ ਨਾਂ ਦਾ ਕਰਕੇ ਮਹਾਰਾਜ ਸਭ ਸਾਰਾ ਪ੍ਰਤਾਪ ਵਰਤ ਰਿਹਾ ਹੈ। ਬਸਨ ਭੂਖਨ ਧਨ ਗਨ ਲਿਆਦੋ। ਜਿੰਨੇ ਵੀ ਵਸਤੂਆਂ, ਸੋਨਾ ਗਹਿਣਾ ਇਤਿਆਦਿਕ ਜੋ ਸਮੱਗਰੀ ਸੀ, ਸ੍ਰੀ ਸਤਿਗੁਰ ਕੇ ਅਗਰ ਟਿਕਾਇਓ। ਸਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਗਾੜੀ ਟਿਕਾਉਣਾ ਕੀਤੀ। ਘੋੜੇ ਚੱਪਲ ਸਕਲ ਦਿਨ ਸਾਇਓ। ਬਹੁਤ ਸੁੰਦਰ ਜਿਹੜੇ ਘੋੜੇ ਵੀ ਚੜਾਏ ਸਨ ਸੰਗਤਾਂ ਨੇ। ਅਰਪੇ ਪਗ ਪੰਕਜ ਲਪਟਾਇਓ। ਸਾਰੇ ਘੋੜੇ ਵੀ ਹਾਜ਼ਰ ਕੀਤੇ ਸਤਿਗੁਰੂ ਸਾਹਿਬ ਜੀ ਦੇ ਗਾੜੀ। ਜੈ ਪੁਜ ਪ੍ਰਭ ਨਿਜ ਕੰਠ ਲਗਾਇਓ। ਇੰਨੀਆਂ ਚੀਜ਼ਾਂ ਵੇਖ ਕੇ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਮਹਾਰਾਜ ਜੀ ਖੜੇ ਹੋਏ ਤੇ ਕੁੱਟ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਜੱਫੀ ਦੇ ਵਿੱਚ ਲੈ ਲਿਆ, ਗਲਵਕੜੀ ਵਿੱਚ ਲੈ ਲਿਆ। ਬ੍ਰਹਮ ਗਿਆਨ ਮਨ ਵਿਖੇ ਟਿਕਾਇਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਉਹ ਵੱਡੀ ਬਖਸ਼ਿਸ਼ ਕੀਤੀ। ਬਖਸ਼ਿਸ਼ਾਂ ਤੇ ਪਹਿਲਾਂ ਹੀ ਬੜੀਆਂ ਹੋਈਆਂ, ਵਾਰ ਪਹਿਲਾਂ ਹੀ ਬੇਅੰਤ ਬਖਸ਼ਿਸ਼ ਹੋਏ, ਪਰ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਉਂਕਿ ਜੰਗਾਂ ਤੋਂ ਵਿਹਲੇ ਹੋ ਗਏ, ਸਾਰੇ ਪਾਸੇ ਵਿਹਲੇ ਹੋ ਗਏ ਸਨ, ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਜਦੋਂ ਕੁੱਟ ਕੇ ਜੱਫੀ ਵਿੱਚ ਲਿਆ, ਗਲਵਕੜੀ ਦੇ ਵਿੱਚ ਲਿਆ, ਤੇ ਸਤਿਗੁਰੂ ਸਾਹਿਬ ਜੀ ਦੇ ਹਿਰਦੇ ਦੇ ਨਾਲ ਲੱਗ ਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਬ੍ਰਹਮ ਗਿਆਨੀ ਹੋ ਗਏ। ਬ੍ਰਹਮ ਗਿਆਨ ਦਾ ਪ੍ਰਤਾਪ ਵਰਤ ਗਿਆ, ਬ੍ਰਹਮ ਗਿਆਨ ਪ੍ਰਗਟ ਹੋ ਗਿਆ, ਤੇ ਏਕ ਜੋਤ ਦੋਇ ਮੂਰਤੀ ਧਨ ਪਿਰ ਕਹੀਏ ਸੋਏ। ਇੱਕ ਸਰੂਪ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ। ਅਦਿਕ ਪ੍ਰਸੰਨ ਹੋਏ ਟਿਕ ਰੱਖੈ। ਆਂਦੇ ਬਹੁਤ ਪ੍ਰਸੰਨ ਹੋਏ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਬੇਅੰਤ ਬਖਸ਼ਿਸ਼ਾਂ ਕੀਤੀਆਂ ਗੁਰੂ ਸਾਹਿਬ ਜੀ ਨੇ। ਨਿਜ ਮਨ ਬਾਤ ਤਹਾਂ ਸੋ ਭਾਖੈ। ਫਿਰ ਪੜਿਓ ਜੀ। ਨਿਜ ਮਨ ਬਾਤ ਤਾਹੇ ਸੋ ਭਾਖੈ। ਆਂਦੇ ਬੜੀਆਂ ਬੇਅੰਤ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਨਾਲ। ਇਸ ਪ੍ਰਕਾਰ ਦਿਨ ਗੁਰੂ ਬਤਾਵੇ। ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਹੀ ਬਤੀਤ ਕਰਨ ਲੱਗ ਪਏ ਦਿਨ ਬਹਾਦਰ ਬਾਬਾ ਬਿਧੀ ਚੰਦ ਜੀ। ਗੁਰ ਸਿੱਖੀ ਮਗਬੋ ਬਿਦਤਾਵੇ। ਤੇ ਜਿਹੜਾ ਸਿੱਖੀ ਸਿਦਕ ਭਰੋਸਾ ਨਾਮ ਦਾਨ ਜਿਹੜੀਆਂ ਬੇਅੰਤ ਬਖਸ਼ਿਸ਼ਾਂ ਲਈਆਂ ਸਨ, ਉਸੇ ਵਿੱਚ ਆਪਣਾ ਜੀਵਨ ਜਿਹੜਾ ਸੀ ਲੰਘਾ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਵਡਿਆਈਆਂ ਨੂੰ ਪ੍ਰਾਪਤ ਹੋਏ। ਤੀਰ ਸਤੰਦਰ ਵਜਾਏ ਨਿਹਾਰੈ। ਤੇ ਜਿਸ ਵੇਲੇ ਵੀ ਜਾਣਾ, ਬਾਹਰ ਨਿਕਲਣਾ, ਸੈਰ ਕਰਨ, ਤੇ ਇਹ ਸਤਲੁਜ ਦਰਿਆ ਦੇ ਉੱਤੇ ਕੰਢੇ ਤੇ ਤੁਰੇ ਫਿਰਨਾ, ਤੇ ਸਤਲੁਜ ਦਰਿਆ ਦੇ ਕੰਢੇ ਤੇ
ਨਾਲੇ ਬੰਦਗੀ ਕਰਨੀ, ਨਾਲੇ ਪਰਮੇਸ਼ਰ ਦੀ ਲੀਲਾ ਨੂੰ ਵੇਖਣਾ, ਪਰਮੇਸ਼ਰ ਦੀ ਮਹਿਮਾ ਨੂੰ ਵੇਖਦੇ ਰਹਿਣਾ। ਜਲ ਨਿਰਮਲ ਕੀ ਸਿਫਤ ਉਚਾਰ, ਤੇ ਸ੍ਰਿਸ਼ਟੀ ਦੀ ਸਿਫਤੀ ਸਲਾਹ ਕਰਦੇ ਰਹਿਣਾ। ਪਰਮੇਸ਼ਰ ਦੀ, ਅਕਾਲ ਪੁਰਖ ਦੀ ਜਿਹੜੀ ਇਹ ਰਮੀ ਹੋਈ ਸਾਰੀ ਸ੍ਰਿਸ਼ਟੀ ਹੈ ਨਾ, ਇਹਨੂੰ ਵੇਖ ਕਰਕੇ ਇਹਦੇ ਵਿੱਚੋਂ ਪਰਮੇਸ਼ਰ ਕਣ ਕਣ ਦੇ ਵਿੱਚ ਜੋ ਵਿਆਪਕ ਹੈ, ਪਰਮੇਸ਼ਰ ਦੀ ਸੋਭਾ ਦੇ ਗੁਣ ਗਾਉਂਦੇ ਰਹਿਣਾ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਇਸ ਪ੍ਰਕਾਰ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਬੇਅੰਤ ਸੇਵਾਵਾਂ ਕੀਤੀਆਂ। ਮਨਾਕਪੁਰ ਤੋਂ ਆਏ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਹੋਇਆ, ਫਿਰ ਦੁਬਾਰਾ ਬੇਅੰਤ ਵਰ ਪ੍ਰਾਪਤ ਹੋਏ। ਬਹਾਦਰ ਬਾਬਾ ਬਿਧੀ ਚੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੁਸ਼ੀਆਂ ਪ੍ਰਾਪਤ ਕਰਕੇ ਆਨੰਦ ਚਿੱਤ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਡੀ ਕਿਰਪਾ ਕੀਤੀ, ਜਿਨ੍ਹਾਂ ਦੇ ਅੰਸ ਬੰਸ ਅੱਜ ਵੀ ਸਤਿਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੀਨੇ ਪਸੀਨੇ ਚੱਲਦੀ ਜਾ ਰਹੀ ਹੈ। ਉਹ ਬਖਸ਼ਿਸ਼ਾਂ ਜਿਹੜੀਆਂ ਪ੍ਰਾਪਤ ਹੋਈਆਂ ਨਾਲ ਚੱਲ ਰਹੀਆਂ ਹਨ। ਸਤਿਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਣ। ਅਕਾਲ ਪੁਰਖ ਦੀ ਅਗੰਮੀ ਕਥਾ ਹੈ। ਅਗੰਮੀ ਕਥਾ ਨੂੰ ਕਰਦਿਆਂ ਹੋਇਆਂ, ਅਗਾਧ ਬੋਧ ਕਥਾ ਨੂੰ ਕਰਦਿਆਂ ਹੋਇਆਂ ਬੇਅੰਤ ਗਲਤੀਆਂ ਹੋਈਆਂ। ਗੁਰੂ ਅਤੇ ਸੰਗਤ ਬਖਸ਼ਣ ਹਾਰੇ ਹੋ, ਅਸੀਸ ਬਖਸ਼ਣੇ ਆਪ ਸਮੁੱਚੀਆਂ ਸਿੱਖ ਸੰਗਤਾਂ ਦੇ। ਇਸੇ ਪ੍ਰਕਾਰ ਦਰਸ਼ਨ ਦੇਦਾਰ ਕਲਗੀਧਰ ਪਿਤਾ ਬਖਸ਼ਦੇ ਰਹਿਣ, ਆਪਣੇ ਚਰਨਾਂ ਦਾ ਪਿਆਰ ਬਖਸ਼ਣ ਕਲਗੀਧਰ ਪਿਤਾ, ਸੰਗਤ ਦੇ ਚਰਨਾਂ ਦੀ ਧੂੜ ਬਖਸ਼ਣ ਕਲਗੀਧਰ ਪਿਤਾ। ਇਹ ਮਿਹਰ ਦੀ ਨਿਗਾਹ ਰੱਖਿਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀ ਸੰਗਤ ਬਖਸ਼ਣ ਆ ਰਹੇ ਹੋ, ਬਖਸ਼ਣਾ ਵਡਿਆਈ ਬਖਸ਼ਣੀ ਮਹਾਰਾਜ। ਕਿਰਪਾ ਕਰਿਓ, ਰਹਿਮ ਕਰਿਓ, ਤਰਸ ਕਰਿਓ। ਆਪ ਜੀ ਦੇ ਚਰਨਾਂ ਦੇ ਭਵਰੇ ਬਣ ਕੇ ਰਹੀਏ। ਮਹਾਰਾਜ ਸਾਹਿਬ ਮਿਹਰ ਭਰਿਆ ਹੱਥ ਰੱਖਣ ਜੀ। ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਕਲਗੀਧਰ ਪਿਤਾ ਸਮੁੱਚੀਆਂ ਸਿੱਖ ਸੰਗਤਾਂ ਨੂੰ ਆਪਣੇ ਦਰੋਂ ਕਰੋ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ ਕੇ ਨਦਰੋਂ ਨਦਰ ਨਿਹਾਲ ਕਰਨ ਮਹਾਰਾਜ ਸਾਹਿਬ ਜੀ। हे अच्युत हे पार ब्रह्म अविनाशी अगनाश, हे पूर्ण हे सर्व मैं दुख भंजन गुणतास, हे संगी हे निरंकार हे निर्गुण सब टेक, हे गोबिंद हे गुण निधान जाके सदा विवेक, हे अपरंपर हर हरे हैपी होवन हार, हे संतां के सदा संग धारा आधार, हे ठाकुर हों दासरो मैं निर्गुण गुण नहीं कोय, नानक दीजे नाम दान राखो हिए परोए, आए प्रभ शरणागति निध दयाल, एक अखर हर मन बस्त नानक होत निहाल, कथा निता प्रत होत है सुनियो सिंह सजान, नानक गुरु गोबिंद सिंह जी सदा करे कल्याण, नानक गुरु गोबिंद सिंह जी सदा करे कल्याण। वाहिगुरु जी का खालसा, वाहिगुरु जी की फतेह।